सर मेरा नाम पूनम है तो मैं बलगे की रहने वाली हाँ। मेरी शादी लम्मा पिंड विखे हुई सी जो कि ਜਦੋਂ ਦੀ मैं ब्याही आई हूँ उदों ਦੀ मेरा कुੱਟमार हो रही सी। मैं ਥਾਂ ਥਾਂ ਚੋਟਾਂ ਦਿੱਤੀਆਂ ਹੋਈਆਂ ਨੇ पर मेरी किਤੇ भी कोई सुनवाई नहीं हो रही। सिर्फ हॉस्पिटल का नाम दस्या, डॉक्टर का नाम दस्या, डॉक्टर ने मेरा कोशिश कर दिया। ਤੁਸੀਂ ਹੁਣ ਆਪ ਦੱਸੋ ਕਿ ਮਹਿਲਾ ਖਾਣਾ ਹੈ ਕਿਸ ਕੰਮ ਨੂੰ ਜੇ ਕੋਈ ਵੀ ਬੱਚੇ ਆਪਣੀ ਮਾਂ ਨੂੰ ਨਹੀਂ ਪੁੱਛਦੇ ਹੁਣ ਆਪਾਂ ਨੂੰ ਕਈ ਸਮਾਜ ਦੇ ਲੋਕ ਵੀ ਘੇਰਦੇ ਆ ਕਿਉਂਕਿ ਮੇਰਾ ਪਤਾ ਕੋਈ ਵਾਰੀ ਹੋਰ ਨਹੀਂ ਸੀ। ਹੁਣ ਇਹ ਤਾਂ ਹੈ ਨਾ ਕਿੰਨੇ ਚਿੱਤਰ ਹੀ ਖਾਈ ਜਾਵਾਂਗੇ। ਮੈਨੂੰ ਕਿਤੇ ਕੀ ਗਲਤ ਹੈਗੀ ਆ ਕਿ ਉਹਨਾਂ ਨੇ ਸਿਰਫ ਇੱਕ ਪਲੈਨਿੰਗ ਕੀਤੀ ਹੋਈ ਹੈ। ਮੈਂ ਇਹਨਾਂ ਦੇ ਮਾਮਿਆਂ ਨੂੰ ਵੀ ਵੈਸੇ ਕਹਿੰਦੀ ਕਿ ਅੱਜ ਕੱਲ੍ਹ ਤੇ ਉਹ ਸਬਰ ਹੈ ਨਹੀਂ ਆ। ਮੈਨੂੰ ਸਿਰਫ 2 ਜੋੜੀ ਕੱਪੜੇ ਦੇ ਚੱਕਰ ਨੇ ਮੈਨੂੰ ਰਾਤ ਨੂੰ 8:30 ਵਜੇ ਬਾਹਰ ਕੱਢਿਆ। ਮੈਨੂੰ ਪਤਾ ਹੁੰਦਾ ਕਿ ਇਹਨਾਂ ਫਰੋਡ ਤੇ ਦੇਖੋ ਮੇਰੀ ਤਲਾਸ਼ੀ ਨਹੀਂ ਲੈ ਸਕਦੇ ਨਾ ਕੋਈ ਲੇਡੀਜ਼ ਪੁਲਿਸ ਦੀ ਜੈਂਟਸ ਪੁਲਿਸ ਨੇ ਮੇਰੀ ਤਲਾਸ਼ੀ ਲਈ ਅੱਧਾ ਘੰਟਾ ਵੀ ਨਹੀਂ ਪਤਾ ਨਾਲੇ ਮੇਰੇ ਬੰਦੇ ਦੇ ਉਹਨਾਂ ਨੇ ਕਹਿੰਦੇ ਉੱਪਰੋਂ ਦੀ ਮੈਨੂੰ ਧੱਕੇ ਮਾਰ ਕੇ ਫੇਰ ਬਾਹਰ ਕੱਢਿਆ। ਮੈਨੂੰ ਮੇਰੇ ਬੱਚੇ ਦਾ ਇਨਸਾਫ ਤਾਂ ਜੋ ਮੇਰੇ ਨਾਲ ਹੋ ਰਿਹਾ ਮੈਨੂੰ ਉਹਦਾ ਇਨਸਾਫ ਚਾਹੀਦਾ। ਮਾਮਲਾ ਕੁਝ ਨਹੀਂ ਹੈ ਕੋਈ ਖਾਸ ਨਹੀਂ ਬਸ ਘਰ ਦੀਆਂ ਲੜਾਈਆਂ ਨੂੰ ਲੈ ਕੇ ਉਹਨਾਂ ਨੇ ਕੋਈ ਸਾਜ਼ਿਸ਼ ਕੀਤੀ ਗਈ। ਇੱਕ ਮੇਰਾ ਨਣਦੋਈ ਹੈ ਉਹ ਵੀ ਵਿਦੇਸ਼ ਵਿੱਚ ਹੈ ਤੇ ਉਹ ਵੀ ਮੈਨੂੰ ਪਹਿਲਾਂ ਇੱਥੇ ਰਹਿ ਰਿਹਾ ਸੀ ਤੇ ਮੈਨੂੰ ਉਦੋਂ ਧਮਕੀਆਂ ਦਿੰਦਾ ਹੁੰਦਾ ਸੀ। ਜਿਹੜੀਆਂ ਹਾਲੇ ਕਿ ਮੇਰੀਆਂ ਕੰਪਲੇਂਟਾਂ ਚੱਲ ਰਹੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਮੈਨੂੰ ਕਦੀ ਕਿਤੇ ਪੁਲਿਸ ਵਾਲੇ ਤੰਗ ਕਰਦੇ ਕਦੀ ਕਿਤੇ ਕਰਦੇ ਆ ਥਾਣਿਆਂ 'ਚ ਬਿਠਾ ਕੇ ਮੈਨੂੰ ਜਲੀਲ ਕੀਤਾ ਜਾ ਰਿਹਾ। ਤੁਸੀਂ ਹੁਣ ਇਹ ਦੱਸੋ ਕਿ ਤੁਹਾਡੀ ਮੰਗ ਕੀ ਹੈ ਮੇਲਾ ਦੇਣੇ ਵਾਲੇ ਨੂੰ ਮੈਂ ਰਿਪੋਰਟ ਲਿਖਾਈ ਤੇ ਉਹ ਮੈਨੂੰ ਕਹਿ ਰਿਹਾ ਕਿ ਤੇਰਾ ਹਸਬੰਡ ਤੈਨੂੰ ਛੱਡ ਦੇਗਾ ਨਾ ਫੇਰ ਅਸੀਂ ਐਕਸ਼ਨ ਲਵਾਂਗੇ ਤੇਰਾ। ਤਲਾਸ਼ੀ ਮੇਰੀ ਜੈਂਟਸ ਪੁਲਿਸ ਨੇ ਲਈ ਨਾ ਕਿ ਲੇਡੀਜ਼ ਪੁਲਿਸ ਨੇ। ਸਤਨਾਮ ਐਸਆਈ ਆ ਜੋ ਕਿ ਰਾਮਾ ਮੰਡੀ ਦਾ ਰਹਿਣ ਵਾਲਾ ਆ ਤੇ ਮੈਨੂੰ ਮੇਰੇ ਘਰ ਦੇ ਵਿੱਚੋਂ ਬਾਹਰ ਕੱਢਿਆ ਹੋਇਆ। ਮੈਂ 6 ਮਹੀਨਿਆਂ ਤੋਂ ਬਾਹਰ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਹਾਂ। ਉੱਥੇ ਸਿਰਫ ਜੈਂਟਸ ਪੁਲਿਸ ਹੁੰਦੀ ਆ ਤਾਂ ਉਹ ਮੇਰੇ ਕਰੈਕਟਰ ਤੇ ਸਵਾਲ ਕਰਦੇ ਨੇ ਕਿ ਜਾਣਦੇ ਅਸੀਂ ਤੈਨੂੰ ਕਿੱਦਾਂ ਦੀ ਤੂੰ ਹੈਗੀ ਆ। ਹਰਮੀਤ ਸਿੰਘ ਵਾਸੀ ਲੰਮਾ ਪਿੰਡ ਉਹ ਜਦੋਂ ਵੀ ਆਉਂਦੀ ਆ ਮਾਂ ਮੇਰੀ ਨੂੰ ਚੱਕਦੀ ਆ। ਮੇਰੀ ਪ੍ਰੈਗਨੈਂਸੀ ਖਰਾਬ ਕਰਨ ਦੇ ਵਿੱਚ ਉਹਨਾਂ ਦਾ ਹੱਥ ਸੀ। ਕੈਮਰੇ ਦੇ ਸਾਹਮਣੇ ਆ ਕੇ ਬੋਲੀ ਆ ਕਿ ਤੁਸੀਂ ਹੁਣ ਮੈਨੂੰ ਇੱਥੇ ਜਵਾਬ ਦਿਓ ਕਿ ਮੇਰੇ ਬੱਚੇ ਦਾ ਕਾਤਲ ਕੌਣ ਆ। ਇਹਨੂੰ ਧੱਕਾਵਾ ਆ ਧੱਕਾ ਮਾਰਨ ਦਾ ਟਿਕਣ ਦੇ ਨਾਲ 4 ਮਹੀਨੇ ਦਾ ਬੱਚਾ ਉਹ ਟਿਕਣ ਦੇ ਨਾਲ ਉਹਦੀ ਸਟੈਰ ਹੋ ਗਿਆ। ਸਾਨੂੰ ਯਾਨੀ ਕਿ ਉਹਦਾ ਸਪੋਰਟ ਨਹੀਂ ਪਤਾ ਲੱਗਾ। ਸਾਨੂੰ 4 ਮਹੀਨੇ ਬਾਅਦ ਪਤਾ ਲੱਗਾ ਤਾਂ ਕਿਹਨਾਂ ਡਾਕਟਰਾਂ ਦੇ ਡਾਕਟਰਾਂ ਦੇ ਚੈੱਕ ਕਰਵਾਇਆ ਸੱਜੇ ਹਸਪਤਾਲ ਦਾ ਟ੍ਰੀਟਮੈਂਟ ਚੱਲਦਾ ਸੀ ਉੱਥੇ ਦਿਖਾਇਆ ਉਹਨੇ ਕਿਹਾ ਸਾਨੂੰ ਕੁਝ ਲੋੜ ਆ ਫਿਰ ਵੀ ਮੈਂ ਵਾਦਰ ਤੋਂ ਕੋਈ ਪ੍ਰੋਬਲਮ ਵੀ ਨਹੀਂ ਸੀ। ਸਾਨੂੰ ਸਿਰਫ ਹਸਪੀਟਲ ਦਾ ਨਾਮ ਦੱਸਿਆ ਡਾਕਟਰ ਦਾ ਨਾਮ ਦੱਸਿਆ ਵੀ ਇਸ ਹਸਪੀਟਲ ਜਾ ਕੇ ਡਾਕਟਰ ਨੂੰ ਮਿਲ ਲਓ ਤੇ ਉਹਨਾਂ ਨੇ ਤੁਹਾਨੂੰ ਦਵਾਈ ਦੇ ਦੇਣੀ। ਫਿਰ ਜੇ ਵੀ ਸਾਨੂੰ ਹੋਇਆ ਸੀ ਮੈਨੂੰ ਇਹਨਾਂ ਚੀਜ਼ਾਂ ਦਾ ਇੰਨਾ ਨਹੀਂ ਪਤਾ ਸੀ। ਜਿੱਦਾਂ ਮੈਂ ਹਜੇ ਉੱਥੇ ਗਈ ਡਾਕਟਰ ਨੇ ਮੇਰਾ ਅਬੋਰਸ਼ਨ ਕਰ ਦਿੱਤਾ ਤੇ ਹੁਣ ਮੈਨੂੰ ਜਦੋਂ ਬੇਬੀ ਹੋਇਆ ਤੇ ਡਾਕਟਰ ਨੇ ਮੈਨੂੰ ਪ੍ਰੋਪਰ ਬੈੱਡ ਰੈਸਟ ਦੱਸੀ ਸੀ। ਮੇਰਾ ਇੱਥੇ ਵੀ ਮੈਂ ਦਰਖਾਸਤ ਦਿੱਤੀ ਸੀ। ਮੈਨੂੰ ਸਵੇਰ ਤੋਂ 10 ਵਜੇ ਲਿਖਤੀ 'ਚ ਲੈਂਦੇ ਸੀ ਤਰੀਕ। ਸਵੇਰ ਨੂੰ ਮੈਨੂੰ 10 ਵਜੇ ਬਿਠਾ ਲੈਣਾ ਸ਼ਾਮ ਨੂੰ 4 ਵਜੇ ਕਹਿਣਾ ਚੱਲ ਜਾ ਉਹਨਾਂ ਕੋਲ ਟਾਈਮ ਨਹੀਂ ਹੈਗਾ। ਸੁਰਿੰਦਰ ਕੋਲ ਰਿਪੋਰਟ ਕੀਤੀ ਉਹ ਬਸ ਸਿਰ ਤੇ ਰਿਪੋਰਟ ਦਿੱਤੀ ਹੋਈ ਮਹਿਲਾ ਥਾਣੇ ਦੇ। ਤੁਸੀਂ ਹੁਣ ਆਪ ਦੱਸੋ ਕਿ ਮਹਿਲਾ ਥਾਣਾ ਹੈ ਕਿਸ ਕੰਮ ਨੂੰ ਆ। ਮਹਿਲਾ ਦੀ ਸੁਣਵਾਈ ਕਰਨ ਵਾਸਤੇ ਆ। ਅਸੀਂ 6ਵੇਂ ਮਹੀਨੇ ਦੀ ਦਿੱਤੀਆਂ ਹੋਈਆਂ ਦਰਖਾਸਤ 11ਵਾਂ ਮਹੀਨਾ ਚੱਲਦਾ ਪਿਆ ਜੀ। ਅਸੀਂ ਜਾ ਕੇ ਉਹ ਤਾਂ ਸਵੇਰ ਨੂੰ ਜਾ ਕੇ ਬਹਿ ਜਾਣਾ। ਦੂਜੀ ਪਾਰਟੀ ਨੇ ਫੋਨ ਕਰਨਾ ਸਾਡੇ ਕੋਲ ਟਾਈਮ ਨਹੀਂ ਹੈਗਾ। ਪੰਚਾਇਤ ਲੈ ਕੇ ਵੀ ਗਏ ਆ। ਅਸੀਂ 30-35 ਬੰਦੇ ਵੀ ਸਾਡੇ ਕੋਲ ਨਾਲ ਆਉਂਦੇ ਰਹੇ ਆ। ਤਾਂ ਦੂਜੀ ਪਾਰਟੀ ਨੂੰ ਮੈਡਮ ਨੇ ਕਦੀ ਨਹੀਂ ਬੁਲਾਇਆ। ਪਰਵਾਨਾ ਵੀ ਭੇਜਿਆ। ਪਰਵਾਨਾ ਭੇਜਣ ਤੋਂ ਬਾਅਦ ਵੀ ਕਦੇ ਦੂਜੀ ਪਾਰਟੀ ਨਹੀਂ ਉਲਟਾ ਸਾਡਾ ਨੁਕਸਾਨ ਹੋਇਆ ਬੱਚੇ ਦਾ। ਆ ਬੱਚੇ ਦੇ ਜੀ ਰਿਪੋਰਟ ਸੀ ਜਦੋਂ ਅਸੀਂ ਠੀਕ ਸੀ ਇਹਦੇ ਵਿੱਚ ਬੱਚਾ। ਮਹਿਲਾ ਥਾਣੇ ਦੇ ਖਿਲਾਫ ਬੋਲਦੇ ਪਏ ਹੋ ਕਿ ਰਾਮਾ ਮੰਡੀ ਗਏ ਸਰ ਰਾਮਾ ਮੰਡੀ ਦੇ ਵਿੱਚ ਵੀ ਅਸੀਂ ਦਰਖਾਸਤ ਦਿੱਤੀ ਸਭ ਤੋਂ ਪਹਿਲਾਂ। ਉਹਦੇ ਵਿੱਚ ਹੀ ਤਾਂ ਸਾਡਾ 57 ਕੀਤੀਆਂ ਬੱਗੇ ਦੇ ਕਹਿਣ ਤੇ ਤੁਸੀਂ ਚੱਲਦੇ ਹੋ। ਅਸੀਂ ਕਹਿ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲਿਆ ਜਾਵੇ ਤੇ ਹੋਰ ਪ੍ਰੋਪਰਟੀ ਜਿਹੜੀ ਹੈ ਉਹ ਕੈਂਸਲ ਕੀਤੀ ਜਾਵੇ ਕਿ ਇਨਕੁਆਇਰੀ ਕੀਤੀ ਜਾਵੇ। ਜਿਹੜਾ ਬੰਦਾ ਦੋਸ਼ੀ ਹੈ ਚਾਹੇ ਮੈਂ ਹਾਂ ਜੇ ਮੈਂ ਝੂਠ ਬੋਲਦਾ ਮੇਰੇ 'ਤੇ ਕੀਤੀ ਜਾਵੇ ਕਾਰਵਾਈ। ਠੀਕ ਜੇ ਮੈਂ ਮਾਤਾ ਦੇ ਆਪਣੇ ਦੇ ਨਾਮ ਵੀ ਕਰ ਦਿੱਤੇ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ ਕੋਈ ਜ਼ੁਲਮ ਤਾਂ ਨਹੀਂ ਕੀਤਾ। ਜੇ ਕੋਈ ਬੱਚੇ ਆਪਣੀ ਮਾਂ ਨੂੰ ਨਹੀਂ ਪੁੱਛਦੇ ਹੁਣ ਆਪਾਂ ਨੂੰ ਕਈ ਸਮਾਜ ਦੇ ਲੋਕ ਵੀ ਘੇਰਦੇ ਆ ਵੀ ਤੁਸੀਂ ਆਪਣੇ ਮਾਂ ਬਾਪ ਦੇ ਨਾਲ ਕੀ ਕਰਦੇ ਆ। ਜਦ ਮਾਂ ਬਾਪ ਕੀ ਕਰਦੇ ਉਹਦੇ ਸਮਾਜ ਕਿੱਥੇ ਖੜਾ ਹੈ।
ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਆਪਣੀ ਮਾਂ ਦੇ ਨਾਲ ਨਿਭਾਈ ਹੈ। ਠੀਕ ਨਹੀਂ, ਮੈਂ ਕਿਹਾ ਵੀ ਆਪਣੇ ਭਰਾਵਾਂ ਦੀ ਜੱਦੀ ਜਗ੍ਹਾ ਜਿਹੜੀ ਆ ਉਹ ਮੈਂ ਆਪਣਾ ਹਿੱਸਾ ਵੀ ਉਹਨਾਂ ਨੂੰ ਦਿੱਤਾ ਹੈ। ਆਪਣੇ ਭਰਾ ਵੀ ਮਾਂ ਮੇਰੀ ਦੀ ਜਿਹੜੀ ਉਹ ਜ਼ਿੰਮੇਵਾਰੀ ਸੀ ਉਹ ਮੈਂ ਨਿਭਾਉਣਾ ਪਿਆ। ਪਿਉਣੇ ਤਾਂ ਮੇਰੀ ਮਾਂ ਨੂੰ ਚਾਹੀਦੇ ਆ, ਲੇਕਿਨ ਮੈਂ ਚਾਹੁੰਦਾ ਪਿਆ ਮੈਂ ਆਪਣੇ ਛੋਟਾ ਭਰਾ ਵੀ ਵਿਆਹ, 2 ਛੋਟੇ ਭਰਾ ਆਪਣੇ ਵਿਆਹੇ ਆ। ਭੈਣ ਦੇ ਨਾਂ ਤੇ 4 ਲੱਖ ਰੁਪਇਆ ਵੀ ਕਰਵਾ ਦਿੱਤਾ, ਪਲੱਸ ਸੋਨਾ ਵੀ ਕਰਵਾਇਆ ਹੋਇਆ ਆਪਣਾ। ਮੈਂ ਤਾਂ ਡਾਕੂਮੈਂਟ ਮੇਰੇ ਕੋਲ ਆ, ਪ੍ਰੂਫ ਹੈਗੇ ਆ ਮੇਰੇ ਕੋਲ, ਮੈਂ ਮੂੰਹ ਤੋਂ ਨਹੀਂ ਬੋਲਦਾ। ਥੋੜੀ ਬਹੁਤੀ ਚਾਹੀਦੀ ਸੀ ਕਿਉਂਕਿ ਮੈਂ ਨਾ ਹੱਥੋਂ ਪਾਈ ਕਿੰਨੀ ਵਾਰੀ ਵੋਟ ਸੀ ਉਹ। ਹੁਣ ਇਹ ਤਾਂ ਹੈ ਨਹੀਂ ਕਿ ਮੈਂ ਚਿੱਤਰੀ ਖਾਈ ਜਾਊਂਗੀ। ਮਾਂ ਤੇ ਧੀ ਹੁੰਦੀਆਂ ਸੀਗੀਆਂ, ਚਲੋ ਠੀਕ ਹੈ। ਦਿਓਰ ਦਾ ਕੀ ਕੰਮ ਆ ਮੇਰੇ ਤੇ ਹੱਥ ਚੱਕਣੇ ਦਾ? ਉਹ ਆਪਣੇ ਪਰਿਵਾਰ ਤੇ ਚੱਕਦਾ ਰਿਹਾ। ਤਦ ਵੀ ਮੈਨੂੰ ਇਹਨਾਂ ਨੇ ਇਹ ਕਿਹਾ ਪੰਚਾਇਤ ਨੇ ਕੋਈ ਨਹੀਂ, ਅਸੀਂ ਉਹਦੀ ਗਾਰੰਟੀ ਚੱਕਦੇ, ਅੱਜ ਤੋਂ ਬਾਅਦ ਤੇਰੇ ਘਰ ਨਹੀਂ ਪੜੇਗਾ। ਮੈਂ ਚੁੱਪ ਰਹੀ। ਛੋਟੇ ਦਿਓਰ ਨੂੰ ਮੇਰੇ ਅੰਦਰ ਵੜਿਆ ਕਿ ਤੂੰ ਜਾ, ਅਸੀਂ ਦੇਖਦੇ ਆ, ਤੂੰ ਜਾ। ਇਹਨਾਂ ਨੂੰ ਕਹਿੰਦੇ ਕਿ ਇਹ ਗਲਤ ਹੈਗੀ ਆ ਕਿ ਉਹਨੂੰ ਉਹਦੇ ਉੱਤੇ ਡੋਰੇ ਪਾਉਂਦੀ ਆ ਦਿਓਰ ਤੇ, ਝੂਠੇ ਇਦਾਂ ਦੇ ਇਲਜ਼ਾਮ ਲਾਉਣੇ। ਦਿਓਰ ਕਹਿੰਦਾ ਵੀ ਇਹਦੇ ਢਿੱਡ 'ਚ ਲੱਤ ਮਾਰ, ਮੇਰੀ ਸੱਸ ਨੂੰ ਅੱਗੇ ਕਰਦਾ ਗਾ। ਮਰੂੰਗੀਆਂ ਤਾਂ ਤੁਸੀਂ ਦੋਨੇ, ਤਾਂ ਸਾਡਾ ਕੀ ਜਾਏਗਾ? ਤੁਸੀਂ ਆਪਸ 'ਚ ਮਰੋ ਲੜ ਲੜ ਕੇ। ਇਹ ਗੱਲਾਂ ਉਹਨੇ ਮੇਰੀ ਸੱਸ ਦੇ ਸਾਹਮਣੇ ਕਹੀਆਂ ਹੈਗੀਆਂ ਕਿ ਤੁਸੀਂ ਦੋਨੇ ਆਪਸ 'ਚ ਲੜ ਲੜ ਕੇ ਮਰ ਜਾਓ, ਮੇਰਾ ਕੁਝ ਨਹੀਂ ਜਾਣਾਗਾ। ਉਹਨਾਂ ਨੇ ਸਿਰਫ ਇੱਕ ਪਲੈਨਿੰਗ ਖੇਡੀ ਹੋਈ ਆ ਕਿ ਸੱਸ ਨੂੰ ਅੱਗੇ ਕੀਤਾ ਆ, ਉਹ ਮੇਰੇ ਦੁਆਲੇ ਹੁੰਦੀ ਆ। ਬਾਈ ਚਾਂਸ ਮੈਨੂੰ ਗੁੱਸਾ ਆਇਆ, ਚਲੋ ਮੈਂ ਹੱਥ ਚੱਕ ਲਿਆ। ਇਹ ਜਿਹੜੀ ਫੋਟੋ ਆ ਉਹਨਾਂ ਨੇ ਮੇਰੇ ਪੇਟ 'ਚ ਮਾਰਦੇ ਪਏ ਰੋਡ ਦਿੱਤੀ, ਕਹਿੰਦੇ ਮੇਰੇ ਦਿਓਰ ਨੇ। 2 ਜਣੇ ਪਿੱਛੋਂ ਵੀਡੀਓ ਬਣਾਉਣ ਦੇ, ਘਰ 'ਚ ਲੜਾਈ ਹੁੰਦੀ, ਤੁਸੀਂ ਉਹਨੂੰ ਹਟਾਉਣਾ ਕਿ ਜਗਾਉਣਾ? ਕਿਚਨ ਤੋਂ ਮੈਂ ਬਾਹਰ ਜਾ ਰਹੀ ਹਾਂ, ਮੈਨੂੰ ਮੇਨ ਡੋਰ ਤੋਂ ਪਿੱਛੋਂ ਫੜਿਆ, ਰੋਟੀ ਖਾਂਦੀ ਨੂੰ ਮੈਨੂੰ ਤੰਗ ਕੀਤਾ। ਪੁਲਿਸ ਵਾਲੇ ਆਇਆ ਤੇ ਮੈਂ ਸਾਰੇ ਸਬੂਤ ਦਿੱਤੇ ਕਿ ਆਓ ਤੁਸੀਂ ਮੌਕਾ ਦੇਖੋ, ਜੇ ਤੁਹਾਨੂੰ ਇਹ ਲੈ ਕੇ ਆਏ ਆ ਤੁਸੀਂ ਆ ਕੇ ਚੈੱਕ ਤਾਂ ਕਰੋ। ਮੈਂ ਇਹਨਾਂ ਦੇ ਮਾਮਿਆਂ ਨੂੰ ਰਿਕੁਐਸਟ ਕੀਤੀ ਵੀ ਅੱਜ ਮੇਰੇ ਤੋਂ ਸਬਰ ਹੈ ਨਹੀਂਗਾ, ਮੈਂ ਚੱਲੀ ਹਾਂ ਥਾਣੇ, ਤੁਸੀਂ ਆ ਜਾਓ, ਆਪਣੀ ਭੈਣ ਨੂੰ ਸਮਝਾ ਸਕਦੇ ਤਾਂ ਸਮਝਾ ਲਓ। ਉਹ ਕਹਿੰਦੇ ਅਸੀਂ, ਸਾਡੀ ਭੈਣ ਬੁੱਢੀ ਹੈ, ਕਿੱਥੇ ਥਾਣਿਆਂ 'ਚ ਧੱਕੇ ਖਾਏਗੀ, ਤੂੰ ਸਾਡੇ ਆਉਣ ਤੱਕ ਵੇਟ ਕਰ, ਅਸੀਂ ਹੁਣ ਹੀ ਆਏ। ਅਗਲੀਆਂ ਮੇਰੇ ਤੇ ਪੁਲਿਸ ਲੈ ਕੇ ਆਈਆਂ। ਮੈਂ ਉਹ ਤੋਂ ਪਹਿਲਾਂ ਦਰਖਾਸਤ ਦਿੱਤੀ ਹੋਈ ਆ 4ਥੇ ਮਹੀਨੇ ਦੀ ਕਿ ਮੈਂ ਸਿਰਫ 2 ਜੋੜੀ ਕੱਪੜੇ ਚੱਕਣ ਦਿੱਤੇ, ਉਸਦੀ ਮੇਰਾ ਸਮਾਨ ਸਾਰਾ ਪਿਆ ਘਰ, ਕੂਲਰ ਵੀ ਮੇਰਾ ਸਾਰਾ ਕੁਝ ਬਾਹਰ ਆ, ਤੇ ਮੈਨੂੰ ਸਿਰਫ 2 ਜੋੜੀ ਕੱਪੜੇ ਦਿੱਤੇ ਚੱਕਣ ਲਈ। ਤੇ ਮੈਨੂੰ ਰਾਤ ਨੂੰ 8:30 ਵਜੇ ਬਾਹਰ ਕੱਢਿਆ। ਦੂਜੀ ਵਾਰੀ ਮੈਂ ਗਈ ਆਪਣੇ ਘਰ ਤਾਂ ਪੁਲਿਸ ਆਈ, ਤਾਂ ਆਈ ਆ ਇਹਦੀ ਤਲਾਸ਼ੀ ਲਓ। ਮੈਨੂੰ ਪਤਾ ਹੁੰਦਾ ਕਿ ਬਿਨਾਂ ਵਾਰੰਟ ਦੇ ਉਹ ਮੇਰੀ ਤਲਾਸ਼ੀ ਨਹੀਂ ਲੈ ਸਕਦੇ, ਨਾ ਕਿ ਉੱਥੇ ਲੇਡੀਜ਼ ਪੁਲਿਸ ਸੀ, ਜੈਂਟਸ ਪੁਲਿਸ ਨੇ ਮੇਰੀ ਤਲਾਸ਼ੀ ਲਈਗੀ। ਜੈਂਟਸ ਪੁਲਿਸ ਦਾ ਕੀ ਹੱਕ ਆ ਮੇਰੀ ਤਲਾਸ਼ੀ ਲੈਣ ਦਾ? ਮੇਰੀ ਤਲਾਸ਼ੀ ਲਈ ਗਈ, ਉੱਪਰੋਂ ਦੀ ਉਹਨਾਂ ਨੇ ਮੈਨੂੰ ਜ਼ੋਰ ਖਿਲਾਇਆ। ਉਦੋਂ ਪੁਲਿਸ ਨੇ ਕੁਝ ਨਹੀਂ ਬੋਲੀ, ਉਹ ਲੈਕਚਰ 'ਚ ਲੈ ਕੇ ਗਏ ਆ। ਐਸਡੀਐਮ ਦੇ ਪੇਸ਼ ਹੋ ਕੇ ਕਹਿੰਦੀ ਕਿ ਮੈਂ ਆਪਣੀ ਕੁੜੀ ਦਾ ਦਾਜ ਬਣਾਇਆ ਸੀ, ਇਹ ਮੇਰੀ ਕੁੜੀ ਦਾ ਦਾਜ ਖੋ ਕੇ ਲੈ ਗਈ। ਸੋ ਕਿ ਮੇਰਾ ਘਰ ਭਰਿਆ ਪਿਆ, ਉੱਥੇ ਮੈਂ ਚੀਜ਼ਾਂ ਵਰਤੀਆਂ ਵੀ ਨਹੀਂ, ਮੇਰੇ ਪੇਕਿਆਂ ਨੇ ਮੈਨੂੰ ਇੰਨਾ ਕੁਝ ਦਿੱਤਾ, ਉੱਥੇ ਪਿਆ ਗਾ ਉੱਥੇ। ਮੈਂ ਇੱਕ ਚਮਚਾ ਤੱਕ ਨਹੀਂ ਚੱਕ ਕੇ ਲਿਆਈ ਉੱਥੋਂ, ਸਿਰਫ ਮੈਂ ਪਾਉਣ ਵਾਲੇ 2 ਜੋੜੀ ਕੱਪੜੇ ਚੱਕੇ ਸੀ। ਤੇ ਪੁਲਿਸ ਆਈ ਆ ਸਾਨੂੰ ਉਦੋਂ ਉੱਤਰ ਨੂੰ, ਫਿਰ ਸਾਨੂੰ ਅੱਧਾ ਘੰਟਾ ਵੀ ਨਹੀਂ ਰੁਕਣ ਦਿੱਤਾ। ਨਾਲੇ ਮੇਰੇ ਬੱਚੇ ਦੀ ਉਹਨਾਂ ਨੇ ਡੈਥ ਕੀਤੀ, ਉੱਪਰੋਂ ਦੀ ਮੈਨੂੰ ਧੱਕੇ ਮਾਰ ਕੇ ਫਿਰ ਬਾਹਰ ਕੱਢਿਆ। ਮੈਂ ਕੁਛ ਨਹੀਂ ਚਾਹੁੰਦੀ, ਮੈਂ ਸਿਰਫ ਇਨਸਾਫ ਚਾਹੁੰਦੀ। ਮੈਨੂੰ ਜਾਇਦਾਦ ਵੀ ਨਹੀਂ ਚਾਹੀਦੀ। ਜਾਇਦਾਦ ਦਾ ਮਾਮਲਾ ਇਹਨਾਂ ਦਾ, ਆਪਣੀ ਇਹਨਾਂ ਦੀ ਮਾਂ ਦਾ, ਮੇਰਾ ਉਹਦੇ ਨਾਲ ਕੋਈ ਲਿੰਕ ਨਹੀਂ। ਮੈਨੂੰ ਮੇਰੇ ਬੱਚੇ ਦਾ ਇਨਸਾਫ ਤਾਂ ਜੋ ਮੇਰੇ ਨਾਲ ਹੋ ਰਿਹਾ, ਮੈਨੂੰ ਉਹਦਾ ਇਨਸਾਫ ਚਾਹੀਦਾ। ਉਹ ਸਾਰੇ ਥਾਂ ਤੇ ਮੈਨੂੰ ਬਿਠਾ ਕੇ ਮੈਨੂੰ ਜਲੀਲ ਕਰਦੇ ਆ ਕਿ ਤੂੰ ਕਿੱਦਾਂ ਨਹੀਂ ਆ। ਮੈਨੂੰ ਪੁਲਿਸ ਕੌਣ ਹੁੰਦੀ ਆ ਮੈਨੂੰ ਮੇਰੇ ਇੱਜ਼ਤ ਦਾ ਸਰਟੀਫਿਕੇਟ ਦੇਣ ਵਾਲੇ? ਲੰਬੇ ਪਿੰਡ ਵਿਖੇ ਵਿਆਹੀ ਸੀ ਤੇ ਪਿਛੋਕੜ ਮੈਂ ਬਿਲਗੇ ਦੀ ਰਹਿਣ ਵਾਲੀ ਆ। ਇੱਥੇ ਮੇਰੇ ਨਾਲ ਬਹੁਤ ਧੱਕਾ ਹੋ ਰਿਹਾ ਸਹੁਰਿਆਂ ਤੇ। ਜਦੋਂ ਦੀ ਮੈਂ ਵਿਆਹੀ ਆਈ ਹਾਂ ਉਦੋਂ ਦੀ ਮੇਰੇ ਨਾਲ ਕੁੱਟਮਾਰ ਹੋ ਰਹੀ ਸੀ, ਤੇ ਹੁਣ ਮੈਂ ਇੱਥੇ ਪ੍ਰੈਸ ਕਲੱਬ ਆਈ ਹੋਈ ਹਾਂ। ਮੈਂ ਇਨਸਾਫ ਦੀ ਮੰਗ ਕਰਦੀ ਹਾਂ। ਮੈਂ ਥਾਂ ਰਿਪੋਰਟਾਂ ਦਿੱਤੀਆਂ ਹੋਈਆਂ ਨੇ, ਪਰ ਮੇਰੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ, ਤੇ ਮੈਂ ਮੰਗ ਕਰਦੀ ਹਾਂ ਕਿ ਮੇਰੀ ਸੁਣਵਾਈ ਕੀਤੀ ਜਾਵੇ। ਕੀ ਮਾਮਲਾ ਕੀ ਹੈ, ਕੀ ਗੱਲਬਾਤ ਕੀ ਉਹ ਦੱਸੋ ਮਾੜਾ ਜਿਹਾ। ਮਾਮਲਾ ਕੁਝ ਨਹੀਂ ਹੈ, ਕੋਈ ਖਾਸ ਨਹੀਂ, ਬਸ ਘਰ ਦੀਆਂ ਲੜਾਈਆਂ ਨੂੰ ਲੈ ਕੇ ਉਹਨਾਂ ਨੇ ਕੋਈ ਸਾਜ਼ਿਸ਼ ਖੇਡੀ ਗਈ। ਕਿਹਨਾਂ ਨੇ, ਕੌਣ ਹੈ? ਮੇਰੇ ਸਹੁਰਾ ਪਰਿਵਾਰ ਹੈ। ਨਾਮ ਦੱਸੋ। ਨਾਮ ਮੇਰੀ ਸੱਸ ਨਾਮ ਗੇਜੋ ਹੈ, ਮੇਰੀ ਨਨਾਣ ਕੁਵਾਰੀ ਹੈ ਨੀਸ਼ਾ, ਦਿਓਰ ਅਸ਼ੋਕ ਕੁਮਾਰ, ਦਰਾਣੀ ਪਰਮਜੀਤ ਕੌਰ, ਦਿਓਰ ਮੇਰਾ ਬਿੰਦਰਪਾਲ ਜੋ ਕਿ ਵਿਦੇਸ਼ ਵਿੱਚ ਰਹਿ ਰਿਹਾ ਹੈ, ਦਰਾਣੀ ਮੇਰੀ ਬੰਸੋ, ਤੇ ਇੱਕ ਮੇਰੀ ਨਣਦ ਹੈ, ਉਹ ਵਿਆਹੀ ਹੋਈ ਹੈ, ਉਹ ਵਿਧੀਪੁਰ ਰਹਿਣ ਵਾਲੀ ਹੈ, ਉਹਦਾ ਨਾਮ ਊਸ਼ਾ ਹੈ। ਇੱਕ ਮੇਰਾ ਨਣਦੋਈ ਹੈ, ਉਹ ਵੀ ਵਿਦੇਸ਼ ਵਿੱਚ ਹੈ, ਤੇ ਉਹ ਵੀ
ਮੈਨੂੰ ਪਹਿਲਾਂ ਇੱਥੇ ਰਹਿ ਰਿਹਾ ਸੀ ਤਾਂ ਮੈਨੂੰ ਉਦੋਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਤੈਨੂੰ ਬਾਹਰ ਕੱਢਣਾ ਹੈ, ਬਾਹਰ ਕੱਢਣਾ। ਹੁਣ ਉਹਨਾਂ ਨੇ ਇੱਕ ਪਲਾਨ ਕੀਤਾ, ਮੈਂ 6 ਮਹੀਨਿਆਂ ਤੋਂ ਬਾਹਰ ਰਹਿ ਰਹੀ ਹਾਂ ਤੇ ਮੇਰੇ ਤੇ ਝੂਠੀਆਂ ਕੰਪਲੇਂਟਾਂ ਦੇ ਰਹੇ ਆ, ਜਿਹੜੀਆਂ ਹਾਲੇ ਕਿ ਮੇਰੀਆਂ ਕੰਪਲੇਂਟਾਂ ਚੱਲ ਰਹੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੇ ਮੈਂ ਕੰਮ ਮੰਗ ਕਰਦੀ, ਮੈਂ ਥਾਂ ਥਾਂ ਪੁਲਿਸ ਥਾਣਿਆਂ 'ਚ ਜਾ ਕੇ ਥੱਕ ਚੁੱਕੀ। ਮੇਰੇ ਬੱਚੇ ਦੀ ਡੈਥ ਵੀ ਕੀਤੀ ਉਹਨਾਂ ਨੇ, ਮੇਰੇ 4 ਮਹੀਨਿਆਂ ਤੋਂ ਪ੍ਰੈਗਨੈਂਟ ਸੀ, ਮੇਰੇ ਬੱਚੇ ਨੂੰ ਮਾਰ ਦਿੱਤਾ ਉਹਨਾਂ ਨੇ। ਮੈਂ ਉਹ ਮੇਰੀ ਰਿਪੋਰਟ ਵੀ ਨਹੀਂ ਲੈ ਕੇ ਆ ਰਹੇ, ਮੈਨੂੰ ਕਦੀ ਕਿਤੇ ਪੁਲਿਸ ਵਾਲੇ ਤੰਗ ਕਰਦੇ, ਕਦੀ ਕਿਤੇ ਕਰਦੇ, ਥਾਣਿਆਂ 'ਚ ਬਿਠਾ ਕੇ ਮੈਨੂੰ ਜਲੀਲ ਕੀਤਾ ਜਾਂਦਾ। ਤੁਸੀਂ ਹੁਣ ਇਹ ਦੱਸ ਦਿਓ ਕਿ ਤੁਹਾਡੀ ਮੰਗ ਕੀ ਹੈਗੀ ਹੈ ਬਸ? ਮੇਰੀ ਮੰਗ ਬਸ ਮੈਨੂੰ ਇਨਸਾਫ਼ ਦਿੱਤਾ ਜਾਵੇ, ਤੁਹਾਨੂੰ- ਮੈਂ ਹੋਰ ਕੋਈ ਮੰਗ ਨਹੀਂ ਕਰਦੀ। ਤੁਹਾਨੂੰ ਕੌਣ ਕੁੱਟਮਾਰ ਕਿਉਂ ਧਾਨਾ ਕਰ ਰਿਹਾ, ਕੀ ਕਾਰਨ ਹੈ? ਬਸ ਇਹੀ ਕਿ ਤੂੰ ਇਹਨੂੰ ਛੱਡ ਦੇ। ਪਹਿਲਾਂ ਮੇਰੇ ਕਰੈਕਟਰ ਤੇ ਝੂਠੇ ਇਲਜ਼ਾਮ ਲਾਉਂਦੇ ਰਹੇ, ਇਹਨਾਂ ਨੂੰ ਕਹਿੰਦੇ ਕਿ ਤੂੰ ਇਹਨੂੰ ਛੱਡ ਦੇ। ਮੇਰੇ ਹਸਬੰਡ ਮੇਰੇ ਨਾਲ ਹੈ, ਮਹਿਲਾ ਥਾਣੇ ਵਾਲਿਆਂ ਨੂੰ ਮੈਂ ਰਿਪੋਰਟ ਲਿਖਾਈ ਤੇ ਉਹ ਮੈਨੂੰ ਕਹਿ ਰਿਹਾ ਕਿ ਤੇਰਾ ਹਸਬੰਡ ਤੈਨੂੰ ਛੱਡ ਦੇਗਾ ਨਾ, ਫੇਰ ਅਸੀਂ ਐਕਸ਼ਨ ਲਵਾਂਗੇ। ਤੇਰਾ ਹਸਬੰਡ ਤੇਰੇ ਨਾਲ ਹੈ, ਮੈਂ ਕੋਈ ਐਕਸ਼ਨ ਨਹੀਂ ਲੈ ਸਕਦੀ। ਤੁਹਾਨੂੰ ਇਹ ਗੱਲਾਂ ਕਿਹਨੇ ਗਈਆਂ, ਕੌਣ ਨੇ ਉਹ? ਮੈਨੂੰ ਸੁਰਿੰਦਰ ਕੌਰ ਨੇ ਕਹੀਆਂ, ਉੱਥੇ ਦੀ ਮੌਕੇ ਦੀ SHO ਹੈ, ਮੈਨੂੰ ਉਹਨਾਂ ਨੇ ਵੀ ਇਹੀ ਗੱਲ ਕਹੀ। ਤੇ ਕਿਹੜੇ ਥਾਣੇ ਵਿੱਚ ਤੁਹਾਨੂੰ ਜਲੀਲ ਕੀਤਾ ਗਿਆ? ਤੁਸੀਂ ਮੈਨੂੰ ਰਾਮਾ ਮੰਡੀ ਥਾਣੇ ਵਿੱਚ ਜਲੀਲ ਕੀਤਾ ਗਿਆ। ਮੈਨੂੰ ਇੰਨਾ ਨਹੀਂ ਪਤਾ ਸੀ ਕਿ ਕੋਈ ਕੋਰਟ ਦੇ ਨੋਟਿਸ ਤੋਂ ਬਗੈਰ ਮੇਰੀ ਤਲਾਸ਼ੀ ਨਹੀਂ ਲੈ ਸਕਦਾ। ਮੇਰੇ ਨਾਲ ਤਲਾਸ਼ੀ ਮੇਰੀ ਜੈਂਟਸ ਪੁਲਿਸ ਨੇ ਲਈ, ਨਾ ਕਿ ਲੇਡੀਜ਼ ਪੁਲਿਸ ਨੇ। ਉਹਨਾਂ ਮੁਲਾਜ਼ਮਾਂ ਦਾ ਨਾਮ ਪਤਾ? ਹਾਂਜੀ, ਸਤਨਾਮ ਕੋ ਕੀ ਹੈ? ਸਤਨਾਮ ASI ਆ, ਜੋ ਕਿ ਰਾਮਾ ਮੰਡੀ ਦਾ ਰਹਿਣ ਵਾਲਾ ਆ। ਮੇਰੀ ਸੱਸ ਦੇ ਕਹਿਣ ਤੇ ਉਹ ਕਹਿੰਦੇ ਕਿ ਇਹ ਜਿੰਦੇ ਤੋੜ ਕੇ ਸਾਡਾ ਸਮਾਨ ਲੈਣ ਆਈ ਆ। ਮੈਂ ਕੋਈ ਸਮਾਨ ਨਹੀਂ ਲਿਆ, ਸਿਰਫ ਮੈਂ ਆਪਣੇ ਕੱਪੜੇ ਲਏ ਆ। ਉਹ ਮੇਰੇ ਤੋਂ ਲੈਕਟੀ 'ਚ ਲੈ ਕੇ ਵੀ ਗਏ ਆ ਤੇ ਹੁਣ ਮੇਰੀ ਸੱਸ ਕਹਿੰਦੀ ਆ ਕਿ ਇਹ ਸਾਡਾ ਸੋਨਾ ਲੈ ਗਈ, ਇਹ ਸਾਡੇ ਪੈਸੇ ਕੱਢ ਕੇ ਲੈ ਗਈ, ਸਾਨੂੰ ਪੈਸੇ ਦਿਵਾਓ, ਅਸੀਂ ਇਹਨਾਂ ਨੂੰ ਰੱਖਣਾ ਨਹੀਂ ਚਾਹੁੰਦੇ। ਇਹਨਾਂ ਨੂੰ ਬੇਦਖਲ ਕੀਤਾ ਹੋਇਆ ਘਰੋਂ ਤੇ ਮੈਨੂੰ ਮੇਰੇ ਘਰ ਦੇ ਵਿੱਚੋਂ ਬਾਹਰ ਕੱਢਿਆ ਹੋਇਆ। ਮੈਂ 6 ਮਹੀਨਿਆਂ ਤੋਂ ਬਾਹਰ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਹਾਂ। ਜਦੋਂ ਥਾਣੇ ਤੁਹਾਡਾ ਪੁੱਛਗਿੱਛ ਕਰ ਰਹੇ ਸੀ, ਉੱਥੇ ਮਹਿਲਾ ਕਾਂਸਟੇਬਲ ਮੌਜੂਦ ਸੀ? ਨਹੀਂ, ਉੱਥੇ ਕੋਈ ਮਹਿਲਾ ਨਹੀਂ ਹੁੰਦੀ, ਉੱਥੇ ਸਿਰਫ ਜੈਂਟਸ ਪੁਲਿਸ ਹੁੰਦੇ ਆ। ਤਾਂ ਉਹ ਮੇਰੇ ਕਰੈਕਟਰ ਤੇ ਸਵਾਲ ਕਰਦੇ ਨੇ ਕਿ ਜਾਣਦੇ ਅਸੀਂ ਤੈਨੂੰ, ਕਿੱਦਾਂ ਦੀ ਤੂੰ ਹੈਗੀ ਆ, ਕਿੰਨੇ ਕੁ ਪਾਣੀ 'ਚ ਆ। ਮੈਨੂੰ ਹਮੇਸ਼ਾ ਜਲੀਲ ਕੀਤਾ ਗਿਆ ਥਾਣੇ ਤੁਸੀਂ ਵਿੱਚ। ਮੰਗ ਕੀ ਕਰਦੇ? ਮੰਗ ਕੀ ਕਰਦੇ? ਮੈਂ ਇਨਸਾਫ ਦੀ ਮੰਗ ਕਰਦੀ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਮੈਨੂੰ ਮੇਰੇ ਲੰਮੇ ਪਿੰਡ ਇੱਜ਼ਤ ਦੇ ਨਾਲ ਭੇਜਿਆ ਜਾਵੇ ਤੇ ਮੈਂ ਬਾਹਰ ਕਿਤੇ ਨਹੀਂ ਰਹਿਣਾ, ਮੈਂ ਆਪਣੇ ਘਰ 'ਚ ਹੀ ਰਹਿਣਾ ਚਾਹੁੰਦੀ ਹਾਂ ਤੇ ਮੇਰੇ ਬੱਚੇ ਦੀ ਮੌਤ ਦਾ ਮੈਨੂੰ ਇਨਸਾਫ ਦਿੱਤਾ ਜਾਵੇ। ਮੈਂ ਲੰਮੇ ਪਿੰਡ ਦਾ ਕੀ ਨਾਮ ਤੁਹਾਡਾ? ਮੈਂ ਹਰਮੀਤ ਸਿੰਘ, ਵਾਸੀ ਲੰਮਾ ਪਿੰਡ। ਮੈਂ ਮਲੇਸ਼ੀਆ ਤੋਂ ਆਇਆ, 2 ਸਾਲ 2 ਮਹੀਨੇ ਹੋਏ ਮੈਨੂੰ ਆਏ ਨੂੰ। ਫਰਵਰੀ 20 ਦੇ ਵਿੱਚ ਮੇਰੀ ਮੈਰਿਜ ਹੋਈ ਆ। ਮੈਰਿਜ ਤੋਂ ਬਾਅਦ ਮੇਰੇ ਭਰਾ, ਮੇਰੀਆਂ ਭੈਣਾਂ, ਇੱਕ ਵਿਧੀਪੁਰ ਵਾਲੀ ਭੈਣ ਜਿਹੜੀ ਆ, ਸਭ ਤੋਂ ਜ਼ਿਆਦਾ ਉਹਦਾ ਇੰਟਰਫੇਅਰ ਘਰ ਦੇ ਵਿੱਚ। ਉਹ ਜਦੋਂ ਵੀ ਆਉਂਦੀ ਆ ਮਾਂ ਮੇਰੀ ਨੂੰ ਚੱਕਦੀ ਆ ਤੇ ਉਹ ਬਹੁਤ ਜ਼ਿਆਦਾ ਯਾਨੀ ਕਿ ਮਾੜਾ ਚੰਗਾ ਵੀ ਬੋਲ ਕੇ ਜਾਂਦੀ ਹੈ। ਘਰ ਹੱਥੋਂ ਪਾਈ ਵੀ ਹੋ ਗਈ ਮੇਰੀ ਵਾਈਫ ਦੇ ਨਾਲ ਤੇ ਸਿਰਫ ਸਾਨੂੰ ਯਾਨੀ ਜਲੀਲ ਕਰਦੀ ਆ। ਮੇਰੇ ਭਰਾ ਤੇ ਮੇਰੀਆਂ ਭੈਣਾਂ ਸਾਰੀਆਂ ਇਕੱਠੀਆਂ ਹੋਈਆਂ ਕਿ ਕਿਉਂਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਆ। 25 ਸਾਲ ਹੋ ਗਏ ਮੇਰੇ ਡੈਡੀ ਦੀ ਡੈਥ ਹੋਈ ਨੂੰ। ਡੈਡੀ ਦੀ ਡੈਥ ਹੋਣ ਤੋਂ ਬਾਅਦ ਵੀ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ। ਆਪਣੀ ਭੈਣ ਨੀਸ਼ਾ ਜਿਹੜੀ ਕੁਆਰੀ ਆ, 4 ਲੱਖ ਰੁਪਇਆ ਉਹਦੇ ਨਾਂ ਤੇ ਕਰਾਇਆ, ਪਲੱਸ ਮੈਂ ਸੋਨਾ ਵੀ ਉਹਦੇ ਨਾਂ ਤੇ ਕਰਵਾਇਆ ਹੋਇਆ ਹੈ ਕਿ ਜਦੋਂ ਕੋਈ ਚੰਗਾ ਜਾਂ ਕੋਈ ਲੜਕਾ, ਕੋਈ ਰਿਸ਼ਤਾ ਆਇਆ ਤੁਸੀਂ ਉਹਦੀ ਮੈਰਿਜ ਕਰ ਦਿਓ। ਲੇਕਿਨ ਮੈਂ ਆਪਣੇ ਛੋਟੇ ਭਰਾ ਦਾ ਵੀ ਵਿਆਹ ਕੀਤਾ ਜਿਹੜਾ ਅਸ਼ੋਕ ਕੁਮਾਰ ਆ। ਆਪਣੀ ਜ਼ਿੰਮੇਵਾਰੀ ਨਿਭਾਉਂਦਾ। ਜਿਹੜੀ ਜੱਦੀ ਜਗ੍ਹਾ ਦੇ ਵਿੱਚ ਬਿੰਦਰ ਮੇਰਾ ਭਰਾ ਜਿਹੜਾ, ਮੈਂ ਉਹਨੂੰ ਸਾਰੀ ਆਪਣਾ ਹਿੱਸਾ ਵੀ ਉਹਨੂੰ ਦੇ ਦਿੱਤਾ ਹੋਇਆ। ਮੈਂ ਆਪਣੇ ਸਿਰ ਖੁਦ ਤੇ ਇਹ ਜਗ੍ਹਾ ਬਣਾਈ ਸੀ, ਲੰਮੇ ਪਿੰਡ ਦੇ 10 ਮਰਲੇ ਜਗ੍ਹਾ ਲਈ ਸੀ। ਜੋ ਜੀਜੇ ਮੇਰੇ ਨੇ ਧੋਖਾ ਕੀਤਾ, ਮੇਰੀ ਮਾਂ ਨੇ ਕੀਤਾ, ਮੇਰੀ ਭੈਣ ਨੇ ਕੀਤਾ। ਪਾਵਰ ਟੋਨੀ ਮੇਰੇ ਨਾਂ ਤੇ ਕਰਾ ਕੇ ਮਾਂ ਮੇਰੀ ਦੇ ਨਾਂ ਤੇ ਉਹਨੇ ਪਾਵਰ ਟੋਨੀ ਰਜਿਸਟਰੀ ਕਰਾਤੀ। ਰਜਿਸਟਰੀ ਕਰਾਉਣ ਦਾ ਮਤਲਬ ਇਹ ਸੀ ਕਿ ਜਦੋਂ ਮੇਰੀ ਮਾਂ ਦੀ ਕਿਤੇ ਡੈਥ ਹੋ ਜਾਂਦੀ ਆ, ਜਿੱਦਾਂ ਕਿ ਵੰਡੀ ਜਾਂਦੀ ਸਾਰੀ ਫੈਮਿਲੀ ਦੇ ਵਿੱਚ, ਨਿਆਣਿਆਂ ਦੇ ਵਿੱਚ ਵੰਡੀ ਜਾਂਦੀ ਕਿ ਇਹਦੇ ਵਿੱਚ ਮੇਰੀ ਭੈਣ ਦਾ ਹਿੱਸਾ ਵੀ ਬਣਿਆ ਰਹੇ। ਇਸ ਕਰਕੇ ਉਹਦੇ ਵਿੱਚ ਮੇਰੀ ਭੈਣ ਦਾ ਬਹੁਤ ਇੰਟਰਫੇਅਰ। ਘਰ ਵਿਧੀਪੁਰ ਨਹੀਂ ਰਹਿੰਦੀ, ਉਹ ਵਿਧੀਪੁਰ ਤੋਂ ਇੱਥੇ ਲੰਮੇ ਪਿੰਡ ਹੀ ਰਹਿੰਦੀ ਆ। ਸਾਨੂੰ ਘਰੋਂ ਕੱਢਣ ਦੇ ਵਿੱਚ ਵੀ ਮੇਰੀ ਵਾਈਫ ਨੂੰ ਧੱਕੇ ਮਾਰ ਕੇ ਵੀ ਉਹਨੇ ਕੱਢਿਆ ਘਰੋਂ ਬਾਹਰ। ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਲੰਮੇ ਪਿੰਡ 'ਚ ਨਹੀਂ ਬਣ ਦੇਣਾ ਤੇ ਸਾਡੇ ਤੇ ਝੂਠੇ ਐਲੀਗੇਸ਼ਨ ਲਾਉਂਦੇ ਆ। STM ਬੰਦ ਦੇ ਵਿੱਚ ਅਸੀਂ 6 ਮਹੀਨੇ ਤੋਂ ਬਾਹਰ ਰਹਿਣ ਡੇ ਆ। 11/8 ਨੂੰ STM ਦੇ ਇੱਕ ਦਰਖਾਸਤ ਦਿੱਤੀ ਹੈ ਕਿ ਮੈਂ ਤੇ ਮੇਰੀ ਵਾਈਫ ਆਪਣੀ ਮਾਂ ਨੂੰ, ਗੇਜੋ ਨੂੰ ਅਸੀਂ ਰੋਜ਼ ਕੁੱਟ ਮਾਰਦੇ ਆ ਤੇ 6 ਮਹੀਨੇ ਤੋਂ ਅਸੀਂ ਉਹਨੂੰ ਖੱਜਲ ਖਰਾਬ ਕਰਦੇ ਪਏ ਆ। ਲੇਕਿਨ ਅਸੀਂ 6 ਮਹੀਨੇ ਤੋਂ ਬਾਹਰ ਰਹਿਣ ਡੇ ਆ ਕਿਰਾਏ ਤੇ ਅਸੀਂ ਪੁਲਿਸ ਨੂੰ ਵੀ ਦੱਸਦੇ ਆ, ਲੇਕਿਨ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਕਿਉਂ ਨਹੀਂ ਸੁਣਵਾਈ ਹੋ ਰਹੀ ਥਾਣੇ 'ਚ, ਕੀ ਕਰ ਰਹੇ? ਕਿਹੜੇ ਥਾਣੇ 'ਚ ਤੁਸੀਂ ਰਿਪੋਰਟ ਲਿਖਾਈ? ਅਸੀਂ ਸਰ ਇਹ ਪਹਿਲਾਂ ਦਿੱਤੀ ਸੂਰਿਆ ਇਨਕਲੇਵ
ਤੇ 2 ਵਾਰੀ ਅਸੀਂ ਕਮਿਸ਼ਨ ਦਫ਼ਤਰ ਤੇ ਵੀ ਪੇਸ਼ ਹੋ ਕੇ ਉੱਥੇ ਵੀ ਕਮੇਟਾਂ ਦਿੱਤੀਆਂ, 2 ਨੰਬਰ 'ਚ ਚੱਲਦੀ ਆ, ਮਹਿਲਾ ਥਾਣੇ ਦੇ ਵਿੱਚ ਵੀ ਚੱਲਦੀ ਆ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੇ ਵੀ। ਹਾਂਜੀ, ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ? ਮੈਂ ਇਹ ਕਹਿੰਦਾ ਜੀ, ਇੱਕ ਤਾਂ ਜਿਹੜੀ ਮੈਂ ਰਜਿਸਟਰੀ ਕਰਾਈ ਸੀ ਆਪਣੀ ਮਾਂ ਦੇ ਨਾਂ ਤੇ, ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ ਜੇ ਮੈਂ ਆਪਣੀ ਮਾਂ ਦੇ ਨਾਂ ਤੇ ਕਰਾਤੀ ਆ। ਇਹ ਮੇਰੀ ਮਾਂ ਨੂੰ ਸੋਚਣਾ ਚਾਹੀਦਾ, ਮੇਰੇ ਭਰਾਵਾਂ ਨੂੰ ਸੋਚਣਾ ਚਾਹੀਦਾ ਵੀ ਸਾਡੇ ਪਿਓ ਨਹੀਂ ਹੈਗਾ, ਪਿਓ ਦੀ ਜਗ੍ਹਾ ਤੇ ਮੈਂ ਖੜਾ ਸੀ, ਵੀ ਮੇਰਾ ਭਰਾ ਜਾਂ ਵੀ ਮੈਂ ਸਾਰੀ ਜ਼ਿੰਮੇਵਾਰੀ ਚੱਕੀ ਹੋਈ ਹੈ ਘਰ ਦੀ। ਲੇਕਿਨ ਉਹਨੇ ਮੇਰੇ ਭਰਾਵਾਂ ਨੇ ਤੇ ਮੇਰੀਆਂ ਭੈਣਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਵੀ ਚਲੋ ਤੁਸੀਂ ਜਾ ਕੇ ਕਿਰਾਇਆ ਤੇ ਰਵੋ, ਧੱਕੇ ਖਾਓ ਆਪਣੀ। ਮੈਂ ਇਹੀ ਮੰਗ ਕਰਦਾ ਕਿ ਇਹ ਰਜਿਸਟਰੀ ਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ, ਇਹਦੇ ਜੋ ਵੀ ਇਹਦੀ ਪਾਵਰ ਟੋਨੀ ਹੈ ਜਾਂ ਰਜਿਸਟਰੀ ਇਹਨੂੰ ਕੈਂਸਲ ਕੀਤੀ ਜਾਵੇ, ਜੋ ਵੀ ਕਾਰਵਾਈ ਬਣਦੀ ਹੈ ਇਹਨੇ ਕੀਤੀ ਜਾਵੇ ਤੇ ਇਹਨੂੰ ਕੱਟੀ ਜਾਵੇ, ਤੇ ਮੇਰੀ ਵਾਈਫ ਨੂੰ ਤਾਂ ਸਾਨੂੰ ਇਨਸਾਫ ਦਿੱਤਾ ਜਾਵੇ। ਬਸ ਇਹੀ ਮੰਗ ਕਰਦਾ ਹਾਂ। ਮੈਡਮ, ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਸੀਗੀ ਤੇ ਉਹ ਕਿਸ ਮਾਮਲੇ 'ਚ ਸੀ ਤੇ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਬਿਲੋਂਗ ਕਰਦੇ ਹੋ? ਸਰ, ਮੇਰਾ ਨਾਮ ਪੂਨਮ ਹੈ ਤੇ ਮੈਂ ਬਿਲਗੇ ਦੀ ਰਹਿਣ ਵਾਲੀ ਹਾਂ। ਮੇਰੀ ਸ਼ਾਦੀ ਲੰਮਾ ਪਿੰਡ ਵਿਖੇ ਹੋਈ ਸੀ, ਜੋ ਕਿ ਮੇਰੀ ਸ਼ਾਦੀ ਨੂੰ ਫਰਵਰੀ 'ਚ 2 ਸਾਲ ਹੋ ਜਾਣੇ ਆ, ਤੇ ਮੇਰੇ 2 ਸਾਲਾਂ ਦੇ ਵਿੱਚ ਮੇਰੇ ਨਾਲ ਬਹੁਤ ਅਤਿਆਚਾਰ ਹੋਇਆਗਾ। ਕੁਛ ਮੇਰੇ ਘਰਦਿਆਂ ਨੇ ਕੀਤਾ, ਕੁਛ ਪ੍ਰਸ਼ਾਸਨ ਪੁਲਿਸ ਨੇ, ਸਾਰਿਆਂ ਨੇ ਰਲ ਕੇ ਮੇਰੇ ਨਾਲ ਧੱਕਾ ਕੀਤਾਗਾ। ਕੀ ਧੱਕਾਸ਼ਾਹੀ ਹੋਈ ਮੈਡਮ ਤੁਹਾਡੇ ਨਾਲ? ਧੱਕਾਸ਼ਾਹੀ ਘਰ ਦੇ ਘਰੇਲੂ ਲੜਾਈਆਂ ਝਗੜਿਆਂ ਨੂੰ ਲੈ ਕੇ ਹੌਲੀ ਹੌਲੀ ਇਹਨਾਂ ਨੇ ਮੇਰੇ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਕਲੇਸ਼ ਰੱਖਦੇ ਸੀਗੇ, ਇਹਨਾਂ ਨੂੰ ਕਹਿੰਦੇ ਸੀ ਕਿ ਇਹ ਗਲਤ ਹੈਗੀ ਆ, ਮੇਰੇ ਤੇ ਗਲਤ ਐਲੀਗੇਸ਼ਨ ਆਉਂਦੀ ਸੀ, ਇਹ ਬੰਦਿਆਂ ਨਾਲ ਰਹਿੰਦੀ ਹੈ, ਘਰੇ ਇੱਦਾਂ ਕਰਦੀ ਹੈ, ਉੱਦਾਂ ਕਰਦੀ ਹੈ, ਪਰ ਉਹਨਾਂ ਕੋਲ ਪ੍ਰੂਫ ਕੋਈ ਨਹੀਂ ਸੀਗਾ। ਇਹਨਾਂ ਨੇ ਤੇ ਮੈਂ ਉਹਨਾਂ ਤੋਂ ਪ੍ਰੂਫ ਮੰਗੇ ਕਿ ਤੁਹਾਨੂੰ ਜੇ ਕੋਈ ਦੱਸਦਾ ਤੇ ਸਾਨੂੰ ਪ੍ਰੂਫ ਦਿਓ, ਅਸੀਂ ਉਸ ਬੰਦੇ ਨੂੰ ਜਾ ਕੇ ਪੁੱਛਣਾਗਾ ਕਿ ਜਿਹੜੇ ਮੇਰੇ ਤੇ ਐਲੀਗੇਸ਼ਨ ਲਾ ਰਹੇ ਆ ਕਿ ਮੈਂ ਚਰਿੱਤਰਹੀਨ ਆ। ਤੇ ਉਹਨਾਂ ਨੇ ਦੇ ਕੋਲ ਕੋਈ ਪ੍ਰੂਫ ਹੈ ਨਹੀਂ ਸੀ, ਤਾਂ ਉਹਨਾਂ ਨੇ ਇਹਨਾਂ ਨੂੰ ਕਹਿਤਾ ਕਿ ਨਹੀਂ ਤੂੰ ਇਹਨੂੰ ਛੱਡ, ਆਪਾਂ ਤੇਰੀ ਹੋਰ ਕਿਤੇ ਕੁੜੀ ਨਾਲ ਵਿਆਹ ਕਰ ਦੇਵਾਂਗੇ, ਇਹਨੂੰ ਛੱਡ ਦੇ ਤੂੰ। ਇਹਨਾਂ ਨੇ ਕਿਹਾ ਕਿ ਜੇ ਆਪਣੀ ਮੇਰੀ ਭੈਣ ਨਾਲ ਕੋਈ ਇੱਦਾਂ ਕਰੇਗਾ ਤੇ ਤੁਸੀਂ ਦੱਸੋ ਕੀ ਕਰੋਗੇ? ਜੇ ਮੈਂ ਹੁਣ ਕਿਸੇ ਦੀ ਕੁੜੀ ਦੀ ਇੱਜ਼ਤ ਖਰਾਬ ਕਰਦਾ ਤੇ ਤੁਸੀਂ ਕਿੱਦਾਂ ਕਰੋਗੇ? ਇਹਨਾਂ ਨੇ ਮੇਰਾ ਸਟੈਂਡ ਲਿਆ, ਮੇਰੇ ਨਾਲ ਜਦੋਂ ਕੁੱਟਮਾਰ ਹੋਈ ਇਹਨਾਂ ਨੇ ਮੈਂ ਰਿਪੋਰਟ ਦੇਣੀ ਚਾਹੀ, ਇਹਨਾਂ ਨੇ ਮੇਰੇ ਨਾਲ ਜਾ ਕੇ ਰਿਪੋਰਟ ਦਿੱਤੀ। ਅਸੀਂ ਥਾਣਾ ਰਾਮਾ ਮੰਡੀ ਵਿੱਚ ਮੈਂ 4ਥੇ ਮਹੀਨੇ ਦੀ ਰਿਪੋਰਟ ਦਿੱਤੀ। ਉਹਦੇ ਵਿੱਚ ਦੱਸਿਆ ਕਿ ਮੈਨੂੰ ਇਹ ਘਰੋਂ ਬਾਹਰ ਕੱਢਣ ਦੀਆਂ ਸਾਜ਼ਿਸ਼ਾਂ ਖੇਡ ਰਹੇ ਆ ਤੇ ਮੇਰੇ ਨਾਲ ਕੁੱਟਮਾਰ ਹੋ ਰਹੀ ਆ। ਮੌਕੇ ਦੇ SHO ਜਿਨ੍ਹਾਂ ਨੇ ਕੋਈ ਐਕਸ਼ਨ ਨਹੀਂ ਲਿਆ, ਤੇ ਪਿੰਡ ਵਾਲੇ ਮੋਹਤਵਾਰ ਬੰਦੇ ਪੈ ਕੇ ਕਹਿੰਦੇ ਕਿ ਅਸੀਂ ਰਾਜੀਨਾਮਾ ਕਰਵਾ ਦਿੰਦੇ। ਸਰ, ਤੁਸੀਂ ਕਿਹਨਾਂ ਨੇ ਤੁਹਾਡੇ ਨਾਲ ਕੁੱਟਮਾਰ ਕੀਤੀ? ਮੇਰੇ ਦਿਓਰ, 2 ਦਿਓਰ ਹੈ। ਪਹਿਲਾਂ ਗਵਲੇ ਨੇ ਮੇਰੇ ਨਾਲ ਕੀਤੀ ਗਈ, ਜਿਹੜੇ ਇਹਨਾਂ ਤੋਂ ਛੋਟੇ ਆ, ਪਹਿਲਾਂ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਗਈ, ਇਹਨਾਂ ਨਾਲ ਵੀ ਕੁੱਟਮਾਰ ਕੀਤੀ ਗਈ। ਪਿੰਡ ਦੇ ਉਹਨਾਂ ਦੇ ਹੀ ਆ ਸਾਈਡ ਦੇ ਬੰਦੇ ਜਿਹੜੇ ਉਸ ਟਾਈਮ ਵਿੱਚ ਸੀ, ਉਹਨਾਂ ਨੇ ਸਾਡੇ ਖਿਲਾਫ ਗਵਾਹੀ ਵੀ ਨਹੀਂ ਦੇਣੀ ਗੀ। ਉਹ ਸਾਡੇ ਘਰ ਹੀ ਸੀ ਜਦੋਂ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਗਈ। ਅਸੀਂ ਉਦੋਂ ਕੋਈ ਫੈਸਲਾ ਲਈਏ ਤੇ ਉਹ ਕਹਿੰਦੇ ਨਹੀਂ, ਇਹਦੀ ਅਸੀਂ ਜ਼ਿੰਮੇਵਾਰੀ ਚੱਕਦੇ ਹਾਂ, ਜੇ ਅੱਜ ਤੋਂ ਬਾਅਦ ਉਹ ਤੁਹਾਡੇ ਘਰ ਵੀ ਆ ਗਿਆ ਤੇ ਤੁਸੀਂ ਤਾਂ ਕਹੀਓ, ਇਸ ਵਾਰ ਤੁਸੀਂ ਰਿਪੋਰਟ ਨਹੀਂ ਕਰਨੀ, ਸਾਡੇ ਮੂੰਹ ਜ਼ਬਾਨੀ ਕਹਿਣ ਤੇ ਤੁਸੀਂ ਰੋਕ ਦਿਓ। ਦੂਜੀ ਵਾਰ ਮੇਰੇ ਛੋਟੇ ਦਿਓਰ ਨੇ, ਅਸ਼ੋਕ ਕੁਮਾਰ ਨੇ, ਮੇਰੇ ਰੂਮ 'ਚ ਆ ਕੇ ਕੁੱਟਮਾਰ ਦੀ ਕੋਸ਼ਿਸ਼ ਕੀਤੀ। ਇਹ ਘਰ ਹੈ ਨਹੀਂ ਸੀਗੇ। ਜਦੋਂ ਇਹਨਾਂ ਨੂੰ ਮੈਂ ਆਇਆਂ ਨੂੰ ਦੱਸਿਆ, ਮੈਂ ਇਹਨਾਂ ਨੂੰ ਫੋਨ ਕੀਤਾ ਵੀ ਉਹ ਮੇਰੇ ਕਮਰੇ 'ਚ ਆ ਕੇ ਮੈਨੂੰ ਮਾਰਦਾ ਪਿਆ ਵਾ। ਇਹ ਘਰ ਆਏ, ਇਹਨਾਂ ਨੇ ਉਹਨੂੰ ਪੁੱਛਿਆ ਤੇ ਮੇਰੀ ਸੱਸ ਅੱਗੇ ਇਹਨਾਂ ਨੂੰ ਉਲਟਾ ਪੁਲਟਾ ਬੋਲਣ ਲੱਗ ਪਈ। ਉਹਨੇ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ। ਅਸੀਂ ਹਾਰ ਕੇ ਪੁਲਿਸ ਨੂੰ ਰਿਪੋਰਟ ਕੀਤੀ ਰਾਮਾ ਮੰਡੀ ਥਾਣੇ 'ਚ। ਉੱਥੇ ਅਸੀਂ ਰਿਪੋਰਟ ਦਿੱਤੀ, ਰਾਮਾ ਮੰਡੀ ਥਾਣੇ ਵਾਲਿਆਂ ਨੂੰ ਦੱਸਿਆ ਵੀ ਸਾਡੇ ਨਾਲ ਧੱਕਾ ਹੋ ਰਿਹਾ, ਸਾਨੂੰ ਘਰੋਂ ਬਾਹਰ ਕੱਢਣ ਦੀਆਂ ਸਾਜ਼ਿਸ਼ਾਂ ਖੇਡਦੇ ਪਏ ਆ। ਤਾਂ ਮੇਰੀ ਪੁਲਿਸ ਵਾਲਿਆਂ ਨੇ ਸੁਣਵਾਈ ਨਹੀਂ ਕੀਤੀ। ਪਿੰਡ ਵਾਲੇ ਕਹਿੰਦੇ ਪੁਲਿਸ ਨੂੰ ਨਹੀਂ ਵਿੱਚ ਪਾਉਣਾ, ਅਸੀਂ ਆਪ ਹੀ ਬਹਿ ਕੇ ਕਰ ਦਿੰਦੇ। ਪੁਲਿਸ ਨੇ ਸੁਣਵਾਈ ਕਿਉਂ ਨਹੀਂ ਕੀਤੀ ਤੁਹਾਡੀ? ਕਿਉਂਕਿ ਪਿੰਡ ਵਾਲਿਆਂ ਨੇ ਕਹਿ ਦਿੱਤਾ ਸੀ ਪੁਲਿਸ ਨੂੰ ਵੀ ਤੁਸੀਂ ਨਾ ਘਰੇਲੂ ਮਸਲਾ ਹੈਗਾ ਆ, ਅਸੀਂ ਬਹਿ ਕੇ ਸਮਝਾ ਲੈਂਦੇ ਹਾਂ। ਪੁਲਿਸ ਕਹਿੰਦੀ ਜੇ ਤੁਸੀਂ ਬਹਿ ਕੇ ਸਮਝਾ ਸਕਦੇ ਤਾਂ ਸਮਝਾ ਲਓ, ਅਸੀਂ ਨਹੀਂ ਐਕਸ਼ਨ ਲੈਂਦੀ। ਤੇ ਉਹਨਾਂ ਨੇ ਮੋਹਤਵਾਰ ਬੰਦਾ ਹੈਗਾ ਕਾਲਾ, ਉਹਨੇ ਜ਼ਿੰਮੇਵਾਰੀ ਚੱਕੀ, ਜੇ ਇਹਨੂੰ ਕੁੜੀ ਨੂੰ ਕੋਈ ਵੀ ਆਂਚ ਆਏਗੀ ਤਾਂ ਅਸੀਂ ਬੈਠੇ ਹਾਂ। ਉਹਨੇ ਉੱਥੋਂ ਉਹਦੇ ਸਾਈਨ ਵੀ ਹੈ। ਉਹਨਾਂ ਨੇ ਰਾਜੀਨਾਮੇ ਦੇ ਵਿੱਚ ਮੈਨੂੰ 3 ਕਮਰੇ ਦਿੱਤੇ ਗਏ ਉਸ ਘਰ 'ਚੋਂ, ਤੇ ਉਹਨਾਂ ਨੇ ਸਾਰੇ ਪੰਚਾਇਤ ਨੇ ਸਾਈਨ ਵੀ ਕੀਤੇ ਗਏ। ਇਹਦੇ ਵਿੱਚ ਇੱਕ ਪੱਤਰਕਾਰ ਬੱਗਾ, ਉਹਦੇ ਵੀ ਸਾਈਨ ਹੈਗੇ ਆ, ਜਿਹਨੇ ਕਿ ਮਿਲੀ ਭੁਗਤ, ਜਿਹਨੇ ਸਾਨੂੰ ਘਰੋਂ ਬੇਦਖਲ ਕਰਵਾਇਆ ਤੇ ਸਾਨੂੰ ਘਰ ਦੇ ਵਿੱਚੋਂ ਕੱਢਿਆ। ਪੁਲਿਸ ਦੇ ਨਾਲ ਇਹ ਵੀ ਬਿਆਨ ਦਿੱਤੇ ਕਿ ਇਹ ਅੱਜ ਰਾਤ ਨੂੰ ਘਰ ਨਹੀਂ ਹੋਣੀ ਚਾਹੀਦੀ। ਨਹੀਂ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿ ਤੁਹਾਨੂੰ ਕੁੱਟਦਾ ਮਾਰਦਾ? ਨਹੀਂ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਮੇਰੇ ਕਿੰਨੀਆਂ ਰਿਪੋਰਟਾਂ ਦੇਣ ਤੇ ਪੁਲਿਸ ਘਰ ਵੀ ਨਹੀਂ ਆਈ।
ਉਹਨਾਂ ਨੇ ਇੱਕ ਰਿਪੋਰਟ ਦਿੱਤੀ ਤੇ ਇਹ ਜਿਹੜਾ ਸਾਡੇ ਪਿੰਡ ਦੇ ਬੰਦੇ ਹੈਗੇ ਆ ਇਹਨਾਂ ਦੀ ਥੋੜੀ ਉੱਥੇ ਚੱਲਦੀ ਹੈਗੀ ਆ ਤਾਂ ਅਗਲਿਆਂ ਨੇ ਕਿਹਾ ਕਿ ਤੁਸੀਂ ਘਰ ਆਓ। ਪੁਲਿਸ ਘਰ ਆਈ ਆ, ਇਹਨਾਂ ਨੂੰ ਚੱਕ ਕੇ ਥਾਣੇ ਲੈ ਗਏ ਆ ਤੇ ਇਹਨੂੰ ਥਾਣੇ ਲੈ ਗਿਆ ਤਾਂ ਸਾਡੇ ਤੇ 751 ਬਣਾਤੀ ਆ। ਸਾਨੂੰ ਰਾਤ ਨੂੰ ਦੋਨਾਂ ਨੂੰ 8 ਵਜੇ ਤੱਕ 8:30 ਵਜੇ ਤੱਕ ਥਾਣੇ ਬਿਠਾਈ ਰੱਖਿਆ ਰਾਮਾ ਮੰਡੀ। 8:30 ਵਜੇ ਸਾਨੂੰ ਰਾਮਾ ਥਾਣੇ ਮੰਡੀ ਤੋਂ ਸਾਨੂੰ ਘਰ ਲੈ ਕੇ ਗਏ ਆ। ਘਰੋਂ ਸਾਡੇ 2 ਜੋੜੀ ਕੱਪੜੇ, 2 ਜੋੜੀ ਮੇਰੇ, 2 ਜੋੜੀ ਇਹਨਾਂ ਦੇ ਕੱਪੜੇ ਚੁਕਾਏ ਆ। ਮੁੜ ਕੇ ਸਾਨੂੰ ਸੂਰਜ ਥਾਣਾ ਰਾਮਾ ਮੰਡੀ ਦੀ ਪੁਲਿਸ ਸਾਨੂੰ ਗੇਟ ਤੱਕ, ਲੰਮੇ ਪਿੰਡ ਦੇ ਗੇਟ ਤੱਕ ਸਾਨੂੰ ਛੱਡ ਕੇ ਗਈ ਆ ਕਿ ਤੁਸੀਂ ਘਰ ਨਹੀਂ ਵੜ ਸਕਦੇ, ਤੁਸੀਂ ਬਾਹਰ ਹੀ ਰਹਿਣਾ ਆ। ਹੁਣ ਤੁਸੀਂ ਕੀ ਮੰਗ ਚਾਹੁੰਦੇ ਹੋ? ਮੈਂ ਇਨਸਾਫ ਦੀ ਮੰਗ ਕਰਦੀ ਆ। ਕੀ ਇਨਸਾਫ ਦੀ ਮੰਗ ਚਾਹੁੰਦੇ ਹੋ? ਮੇਰੇ ਬੱਚੇ ਨੂੰ ਮਾਰਨਾ ਚਾਹੁੰਦੇ ਸੀ ਉਹਨਾਂ ਨੇ ਮੇਰੇ ਬੱਚੇ ਦੀ ਡੈਥ ਕੀਤੀ ਗਈ। ਮੇਰੇ ਕੋਲ ਸਾਰੇ ਸਬੂਤ ਨੇ, ਮੇਰੇ ਕੋਲ ਰਿਪੋਰਟਾਂ ਹੈਗੀਆਂ ਨੇ, ਜਿਹੜੀਆਂ ਮੇਰੀ ਮੈਡੀਕਲ ਦੀ ਰਿਪੋਰਟ ਆ ਜਿਹਦੇ ਵਿੱਚ ਮੇਰੇ ਬੱਚੇ ਦੀ ਹਾਰਟ ਬੀਟ ਵਗੈਰਾ ਬਿਲਕੁਲ ਠੀਕ ਸੀਗੀ। ਉਹ ਤੋਂ ਬਾਅਦ 7/31 ਨਹੀਂ, ਨੂੰ ਬੱਚਾ ਤੁਹਾਡਾ ਕਿੰਨੇ ਸਾਲ ਦਾ ਵਾ? 4 ਮਹੀਨਿਆਂ ਦਾ। ਅੱਛਾ, ਤੁਸੀਂ ਉਦੋਂ ਪ੍ਰੈਗਨੈਂਟ ਮੈਂ ਸੀ? ਪ੍ਰੈਗਨੈਂਟ ਸੀ ਜਦੋਂ ਦੀ ਇਹ ਲੜਾਈ ਹੋ ਰਹੀ ਆ। ਮੇਰੀ ਪ੍ਰੈਗਨੈਂਸੀ ਖਰਾਬ ਕਰਨ ਦੇ ਵਿੱਚ ਉਹਨਾਂ ਦਾ ਹੱਥ ਸੀ ਤੇ ਮੈਂ ਇਹ ਚੀਕਾਂ ਮਾਰ ਕੇ ਪੁਲਿਸ ਨੂੰ ਵੀ ਕਹਿੰਦੀ ਪਈ ਸੀ ਕਿ ਇਹ ਮੇਰੀ ਪ੍ਰੈਗਨੈਂਸੀ ਖਰਾਬ ਕਰਨਾ ਚਾਹੁੰਦੇ ਆ। ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਇਹਦੇ ਵਿੱਚ ਕਿ ਤੂੰ ਝੂਠ ਬੋਲਦੀ ਆ, ਤੈਨੂੰ ਜਾਣਦੇ ਅਸੀਂ ਤੇਰੇ ਵਰਗੀਆਂ ਜਨਾਨੀਆਂ ਦੇ ਨਾਲ ਹੀ ਸਾਡਾ ਵਾਹ ਪੈਂਦਾ ਆ। ਕੌਣ ਕਹਿੰਦਾ ਹੈ? ਪੁਲਿਸ। ਅੱਛਾ, ਪੁਲਿਸ ਨੇ ਮੈਨੂੰ ਇਹ ਕਿਹਾ, ਰਾਮਾ ਮੰਡੀ ਦੀ ਪੁਲਿਸ ਨੇ, ਤੇਰੇ ਵਰਗੀਆਂ ਜਨਾਨੀਆਂ ਨਾਲ ਸਾਡਾ ਵਾਹ ਪੈਂਦਾ ਗਾ। ਜਦੋਂ ਉਹਨਾਂ ਨੇ ਹੱਦ ਤੋਂ ਵੱਧ ਮੇਰੇ ਨਾਲ ਜਾਤੀ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਕੈਬਨਿਟ ਦੇ ਵਿੱਚ ਬਿਠਾ ਕੇ ਮੈਨੂੰ ਜਲੀਲ ਕੀਤਾ। ਮੈਂ ਕੈਬਨਿਟ ਤੋਂ ਬਾਹਰ ਨਿਕਲ ਕੇ ਪੁਲਿਸ ਵਾਲਿਆਂ ਨੂੰ ਕੁਝ ਸਵਾਲ ਪੁੱਛੇ। CCTV ਕੈਮਰੇ ਦੀ ਫੁਟੇਜ ਉੱਥੇ ਹੋਣੀ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਉੱਥੇ ਜਾ ਕੇ ਉਹਨਾਂ ਨੇ ਮੈਂ ਕੈਮਰੇ ਦੇ ਸਾਹਮਣੇ ਆ ਕੇ ਬੋਲੀ ਆ ਕਿ ਤੁਸੀਂ ਹੁਣ ਮੈਨੂੰ ਇੱਥੇ ਜਵਾਬ ਦਿਓ ਕਿ ਮੇਰੇ ਬੱਚੇ ਦਾ ਕਾਤਲ ਕੌਣ ਆ। ਇੱਕ ਦੰਦੀ ਦੀ ਸਜ਼ਾ ਤੁਸੀਂ 751 ਕਰਕੇ ਘਰੋਂ ਬੇਘਰ ਕਰ ਦਿੱਤਾ ਸਾਨੂੰ, ਉੱਪਰੋਂ ਦੀ ਤੁਸੀਂ ਸਾਨੂੰ ਹੁਣ ਮੇਰੇ ਬੱਚੇ ਦੀ ਡੈਥ ਹੋ ਗਈ, ਉਹਦੇ ਜ਼ਿੰਮੇਵਾਰ ਕੀ ਆ? ਉਹਦੀ ਸਜ਼ਾ ਕੀ ਦਿੰਦੇ ਆ ਤੁਸੀਂ ਉਹਨਾਂ ਨੂੰ? ਮੇਰੇ ਪ੍ਰੈਗਨੈਂਸੀ 2 ਖਰਾਬ ਕੀਤੀਆਂ ਉਹਨਾਂ ਨੇ, ਮੇਰੇ ਸਹੁਰਾ ਪਰਿਵਾਰ ਨੇ। ਜਦੋਂ ਵੀ ਮੇਰੇ ਪ੍ਰੈਗਨੈਂਸੀ ਹੁੰਦੀ ਸੀ ਮੈਨੂੰ ਮਾਰਨਾ ਸਟਾਰਟ ਕਰ ਦਿੰਦੇ ਸੀ। ਪ੍ਰੈਗਨੈਂਸੀ ਦੇ ਦੌਰਾਨ ਤੁਹਾਨੂੰ ਮਾਰਨਾ ਸ਼ੁਰੂ ਕੀਤਾ ਉਹਨਾਂ ਨੇ? ਉਹਨਾਂ ਨੂੰ ਇਹ ਸੀਗਾ ਵੀ ਅਸੀਂ ਇਹਨੂੰ ਪ੍ਰੈਗਨੈਂਟ ਜੇ ਹੋ ਗਈ ਤੇ ਇਹਦਾ ਬੱਚਾ ਹੋ ਜਾਣਾ ਤੇ ਇਹਨਾਂ ਨੇ ਅਲੱਗ ਨਹੀਂ ਹੋਣਾ, ਅਸੀਂ ਕਿਸੇ ਤਰ੍ਹਾਂ ਇਹਨਾਂ ਦੋਨਾਂ ਨੂੰ ਅਲੱਗ ਕਰੀਏ। ਮੇਰੇ ਹਸਬੈਂਡ ਮੇਰਾ ਪੂਰਾ ਸਾਥ ਦਿੰਦੇ ਆ, ਬਸ ਮੇਰੀ ਸੱਸ ਆ ਮੈਨੂੰ ਟਿਕਣ ਨਹੀਂ ਦਿੰਦੀ। ਪੁਲਿਸ ਮੈਨੂੰ ਇਹ ਕਹਿੰਦੀ ਹੈ ਕਿ ਜਿਸ ਤਰ੍ਹਾਂ ਹਸਬੈਂਡ ਤੇਰੇ ਨਾਲ ਆ ਤੇ ਤੁਸੀਂ ਜਾਓ ਦੋਨੇ ਕਿਰਾਇਆ ਤੇ ਰਹੋ, ਤੁਹਾਨੂੰ ਘਰ ਦੀ ਕੀ ਲੋੜ ਆ। ਤੁਹਾਡੇ ਹੱਥ ਤੋਂ ਕਿੱਥੇ ਆਇਓ ਭਾਈ ਨਾਲ, ਤੁਹਾਡਾ ਕੀ ਕਹਿਣਾ ਭਾਜੀ? ਹਾਂਜੀ, ਮੇਰਾ ਨਾਮ ਹਰਮੀਤ ਸਿੰਘ ਹੈ, ਵਾਸੀ ਲੰਮਾ ਪਿੰਡ। ਪੂਨਮ ਮੇਰੀ ਪਤਨੀ ਆ ਜੀ। 28 ਫਰਵਰੀ ਨੂੰ ਸਾਡੀ ਮੈਰਿਜ ਹੁੰਦੀ ਆ ਤੇ 28 ਨੂੰ। ਇਹ ਤੁਹਾਡੀ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ? ਅਰੇਂਜ ਮੈਰਿਜ ਆ ਜੀ ਸਾਡੀ। ਤੇ ਤੁਹਾਡੇ ਘਰ ਦੇ ਇਹਨਾਂ ਨਾਲ ਕਿਉਂ ਇਦਾਂ ਵਪਾਰ ਕਰਦੇ, ਕੀ ਕਾਰਨ? ਮੇਰੇ ਘਰ ਦੇ, ਮੇਰੀ ਸਿਸਟਰ ਜਿਹੜੀ ਵਿਧੀਪੁਰ ਤੋਂ ਆ, ਪੰਚਨੀ ਆ, ਊਸ਼ਾ ਆ, ਤੇ ਉੱਥੇ ਉਹਨੂੰ ਅਨੀਤਾ ਕਹਿੰਦੇ ਆ, ਪੰਚਨੀ ਆ। ਉਹਨੇ ਆਪਣੀ ਉੱਥੇ ਨਨਾਣ ਦੇ ਨਾਲ ਵੀ ਇਹ ਕੀਤਾ ਕਿ ਉਹਨੂੰ ਵੀ ਘਰੋਂ ਕੁੱਟ ਕੇ ਮਾਰ ਕੇ ਕੱਟਤਾ ਘਰੋਂ, ਵੀ ਉਹਨੂੰ ਹਿੱਸਾ ਨਾ ਦੇਣਾ ਪਵੇ। ਮੇਰੀ ਵਾਈਫ ਦੇ ਨਾਲ ਇਹ ਹੈ ਕਿ ਮੈਂ ਕਮਾਉਂਦਾ ਸੀ ਘਰ ਦੇ ਵਿੱਚੋਂ, ਫਾਦਰ ਸਾਹਿਬ ਦੀ ਡੈਥ ਹੋਈ ਨੂੰ 25 ਸਾਲ ਹੋ ਗਿਆ। 25 ਸਾਲ ਤੋਂ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ ਵੱਡੇ ਹੋਣ ਦੀ। ਆਪਣੇ ਭੈਣਾਂ ਦਾ ਵਿਆਹ ਕੀਤਾ, ਆਪਣੇ ਛੋਟੇ ਭਰਾਵਾਂ ਦਾ ਵਿਆਹ ਕੀਤਾ, ਬਿੰਦਰਪਾਲ ਦਾ ਵਿਆਹ ਕੀਤਾ। ਉਹ ਬਿੰਦਰਪਾਲ ਜੱਦੀ ਜਗ੍ਹਾ ਸਾਡੀ 'ਚ ਉੱਥੇ ਰਹਿ ਰਿਹਾ। ਮੇਰਾ ਜਿਹੜਾ ਆਪਣਾ ਹਿੱਸਾ ਸੀ ਮੈਂ ਉਹ ਵੀ ਉਹਨੂੰ ਦਿੱਤਾ ਤੇ ਉਹਨੂੰ ਬਣਾ ਕੇ ਦਿੱਤਾ। ਆਪਣੇ ਛੋਕ ਭਰਾ ਨੂੰ, ਛੋਟੇ ਨੂੰ, ਉਹਨੂੰ ਮੈਂ ਵਿਆਹਿਆ। ਤੇ ਨੀਸ਼ਾ ਜਿਹੜੀ ਮੇਰੀ ਛੋਟੀ ਭੈਣ ਆ, ਉਹਨੂੰ ਮੈਂ 4 ਲੱਖ ਰੁਪਇਆ ਦੇ ਅਕਾਊਂਟ 'ਚ ਪਲੱਸ ਸੋਨਾ। ਮੈਂ ਮਲੇਸ਼ੀਆ ਤੋਂ ਸੀ ਉਦੋਂ, ਮੇਰਾ ਕੰਮ ਕਾਰ ਠੀਕ ਸੀ ਵੀ ਚਲੋ ਜੇ ਮੈਂ ਮਲੇਸ਼ੀਆ ਹੋਊਂਗਾ ਜਾਂ ਘਰ ਨਹੀਂ ਆ ਸਕਦਾ, ਤੁਸੀਂ ਮੇਰੀ ਭੈਣ ਦਾ ਵਿਆਹ ਕਰ ਸਕਦੇ ਹੋ ਵੀ ਕਿਸੇ ਤਰ੍ਹਾਂ ਵੀ ਕੋਈ ਤੰਗੀ ਪਰੇਸ਼ਾਨੀ ਨਾ ਆਵੇ, ਕਿਉਂਕਿ ਕੰਮ ਜੋ ਵੀ ਹੈ ਪੈਸੇ ਨਾਲ ਹੁੰਦੇ ਆ। ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਪੂਰੇ ਤਰੀਕੇ ਦੇ ਨਾਲ, ਲੇਕਿਨ ਮੇਰੀ ਜ਼ਿੰਮੇਵਾਰੀ ਦਾ ਅਹਿਸਾਸ ਇਹਨੇ ਮੇਰਾ ਇਸ ਤਰ੍ਹਾਂ ਸਿਲਸਿਲਾ ਦਿੱਤਾ ਕਿ ਮੇਰੀ ਵਾਈਫ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਨਾਲ ਵੀ ਮੇਰਾ ਭਰਾ ਬਿੰਦਰਪਾਲ ਹੱਥ ਪਾਈ ਹੋਇਆ ਮੇਰੇ ਘਰ ਦੇ ਵਿੱਚ ਆਣ ਕੇ। ਇਹਦੇ ਸੰਬੰਧ ਦੇ ਵਿੱਚ ਮੈਂ ਮੋਹਤਬਾਰਾਂ ਵੱਲੋਂ ਵੀ ਦੱਸਿਆ ਵੀ ਇੱਦਾਂ ਕਰਦਾ। ਮੋਹਤਬਾਰ ਉਹਦੇ ਕੋਲ ਬਹਿੰਦੇ ਉੱਠਦੇ ਸੀ, ਖਾਂਦੇ ਪੀਂਦੇ ਸੀ, ਉਹਦੀ ਗੱਲ ਹੀ ਸੁਣੀ ਆ। ਇਹ ਨਹੀਂ ਕਿਹਾ ਕਿ ਇਹ ਬੰਦਾ ਵੀ ਯਾਨੀ ਸਹੀ ਹੈ ਜਾਂ ਗਲਤ, ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਿ ਤੁਹਾਨੂੰ ਤੁਹਾਡੇ ਘਰ 'ਚ ਕਿਉਂ ਕੱਢਿਆ ਗਿਆ ਵਾ? ਸਾਡੇ ਘਰ ਦੇ ਵਿੱਚ ਇਹ ਸੀ ਕਿ ਪ੍ਰੋਪਰਟੀ ਦਾ ਸਿਲਸਿਲਾ ਮਾਮਲਾ ਬਣ ਗਿਆ। ਹੁਣ ਪ੍ਰੋਪਰਟੀ ਜਿਹੜੀ ਆ 30-35 ਲੱਖ ਦੀ ਹੋਊਗੀ। ਪ੍ਰੋਪਰਟੀ ਦੇ ਵਿੱਚ ਮਾਂ ਕਹਿੰਦੀ ਤੈਨੂੰ ਨਹੀਂ ਦੇਣਾ, ਮੈਂ ਦੂਜਿਆਂ ਨੂੰ ਦੇਣਾ ਆ, ਕੁੜੀਆਂ ਨੂੰ ਵੀ ਦੇਣਾ ਆ, ਭਰਾਵਾਂ ਨੂੰ ਦੇਣਾ। ਹੁਣ ਭਰਾ ਤੇ ਭੈਣਾਂ ਲਾਲਚੀ ਨੂੰ ਹੋ ਗਈਆਂ। ਉਹਨੇ ਇਹ ਨਹੀਂ ਦੇਖਿਆ ਕਿ ਮੈਂ 12-13 ਸਾਲ ਦੀ ਉਮਰ ਦਾ ਕੰਮ ਕਰਦਾ ਪਿਆ, ਵਿਦੇਸ਼ ਦੇ ਵਿੱਚ ਵੀ ਰਿਹਾ 10 ਸਾਲ,
ਤੇ ਮੈਂ ਇੰਨੀ ਮਿਹਨਤ ਕਰਕੇ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਵੀ ਸਟੈਂਡ ਕੀਤਾ ਆ ਤੇ ਲੇਕਿਨ ਭਰਾ ਜਿਹੜੇ ਆ ਉਹ ਮਾਂ ਦੇ ਮਗਰ ਲੱਗ ਕੇ ਉਹ ਲਾਲਚ ਨੂੰ ਪੈ ਗਏ ਕਿ ਮਾਂ ਹੋਰ ਆ 2-4 ਸਾਲ ਰਹੇਗੀ, ਉਸ ਦੇ ਮਰ ਮੁੱਕ ਜਾਣੀ ਆ, ਜਿਹੜੀ 30-35 ਲੱਖ ਦੀ ਜਿਹੜੀ ਪ੍ਰੋਪਰਟੀ ਆ ਉਹਦੇ ਵਿੱਚ ਸਾਡਾ ਹਿੱਸਾ ਆਏਗਾ। ਬਿਰੀਪੁਰ ਵਾਲੀ ਮੇਰੀ ਵੱਡੀ ਭੈਣ ਆ, ਉਹਨੂੰ ਪਿਓ ਦੀ ਜਗ੍ਹਾ ਅਸੀਂ ਰੱਖਿਆ ਸੀ, ਜੀਜਾ ਸੀ ਸਾਡਾ ਕਿ ਚਲੋ ਸਾਡਾ ਫਾਦਰ ਨੇ ਹੈ ਨਹੀਂ ਗਾ, ਸਾਡਾ ਪਿਓ ਦੀ ਜਗ੍ਹਾ ਇਹੀ ਆ। ਉਹ ਜੀਜੇ ਮੇਰੇ ਨੂੰ ਮੈਂ ਮੂਹਰੇ ਕੀਤਾ ਜਦੋਂ ਮੈਂ ਪ੍ਰੋਪਰਟੀ ਖਰੀਦੀ ਸੀ। ਜੀਜੇ ਮੇਰੇ ਨੇ ਪਾਵਰ ਟੋਨੀ ਮੇਰੇ ਨਾਂ 'ਤੇ ਕਰਕੇ ਤੇ ਮਾਲਕਨ ਮਾਤਾ ਨੂੰ ਬਣਾਤਾ। ਮਾਤਾ ਨੂੰ ਬਣਾਉਣ ਦਾ ਇਹ ਵੀ ਮੈਨੂੰ ਜਦ ਪਤਾ ਲੱਗਾ ਵੀ ਤੁਸੀਂ ਕਾਹਤੋਂ ਮਾਤਾ ਨੂੰ ਬਣਾਤਾ, ਤੇ ਕਹਿੰਦੇ ਚਲੋ ਵੀ ਉਹਦੇ ਨਾਂ 'ਤੇ ਪੈਸੇ ਥੋੜ੍ਹੇ ਲੱਗਦੇ ਆ ਤੇ ਤੇਰੇ ਨਾਂ 'ਤੇ ਆਪਾਂ ਬਾਅਦ 'ਚ ਕਰਾ ਦੇਵਾਂ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਮਾਤਾ ਦੇ ਨਾਂ 'ਤੇ ਕਰਤੀ ਕੋਈ ਗੱਲ ਨਹੀਂ। ਤੇ ਜੀਜੇ ਮੇਰੇ ਨੇ ਪਲੈਨਿੰਗ ਇਹ ਖੇਡੀ ਸੀ 10 ਸਾਲ ਪਹਿਲਾਂ ਕਿ ਚਲੋ ਜੇ ਮਾਤਾ ਦੇ ਨਾਂ 'ਤੇ ਹੋਏ, ਕੱਲ੍ਹ ਨੂੰ ਮਾਤਾ ਮਰ ਮੁਰ ਜਾਂਦੀ ਆ ਤੇ ਮਾਤਾ ਦੀ ਕਿਸੇ ਤਰੀਕੇ ਨਾਲ ਡੈਥ ਹੋ ਜਾਂਦੀ ਆ, ਕਿ ਜਿੱਦਾਂ ਹੁਣ ਕਾਨੂੰਨੀ ਤੌਰ 'ਤੇ ਵੀ ਇਸੇ ਸਾਰੇ ਫੈਮਿਲੀ ਨੂੰ ਮਿਲਦੇ ਆ, ਕੁੜੀਆਂ ਨੂੰ ਵੀ ਮਿਲਦੇ ਆ। ਉਹਨੇ ਆਪਣਾ 5-7 ਲੱਖ ਰੁਪਏ ਦੇ ਲਾਲਚ ਦੇ ਨਾਲ ਰਿਸ਼ਤੇ ਇੱਕ ਸਾਈਡ 'ਤੇ ਕਰਕੇ ਆਪਣੇ ਲਾਲਚ ਨੂੰ ਮੂਹਰੇ ਮੁੱਖ ਰੱਖ ਕੇ ਸਾਡਾ ਘਰ ਪੂਰਾ ਤਹਿਸ-ਨਹਿਸ ਕਰ ਦਿੱਤਾ। ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿ ਮੈਂ ਸਰ ਇਹ ਚਾਹੁੰਦਾ ਆ ਕਿ ਮੇਰੀ ਵਾਈਫ ਨੂੰ ਇਨਸਾਫ ਦਿੱਤਾ ਜਾਵੇ ਵੀ ਉਹਨੂੰ ਜਿਹੜਾ ਕੁੱਟਮਾਰ ਕਰਦੇ ਆ, ਇੱਥੋਂ ਤੱਕ ਕਿ ਬੱਚੇ ਦੀ ਵੀ ਡੈਥ ਕਰ ਦਿੱਤੀ ਔਰ ਮੈਨੂੰ ਮੇਰੇ ਆਪਣੇ ਘਰ ਦੇ ਵਿੱਚੋਂ ਹੀ ਕੱਢਿਆ ਗਿਆ ਔਰ ਅਸੀਂ ਥਾਂ ਪੁਲਿਸ ਨੂੰ ਕੰਪਲੇਂਟਾਂ ਵੀ ਦਿੱਤੀਆਂ, ਰਾਮਾ ਮੰਡੀ ਥਾਣੇ ਦੇ ਵਿੱਚ ਵੀ ਦਿੱਤੀ। ਉੱਥੇ ਕੰਪਲੇਂਟ ਦੇਣ ਦਾ ਸਾਨੂੰ ਸਜ਼ਾ ਮਿਲੀ ਕਿ ਸਾਡੇ ਤੇ ਝੂਠੀ, ਉੱਥੇ ਦੇ ਪੁਲਿਸ ਨੇ ਸਾਡੇ ਤੇ ਪਰਚਾ ਕਰ ਦਿੱਤਾ, 57 ਕਰ ਦਿੱਤੀ ਬਗੈਰ ਸੁਣਿਆ। ਸਾਨੂੰ ਉਹਦੇ ਵਿੱਚ ਇਹ ਕਹਿ ਦਿੱਤਾ ਕਿ ਤੈਸ਼ ਦੇ ਵਿੱਚ ਆਣ ਕੇ ਮੈਂ ਆਪਣੀ ਮਾਂ ਤੇ ਭੈਣ ਦੇ ਗਲੇ ਵਿੱਚ ਪੈ ਗਿਆ। ਇੱਦਾਂ ਦੀ ਕੋਈ ਗੱਲ ਹੀ ਨਹੀਂ ਹੋਈ, ਨਾ ਸਾਨੂੰ ਬਿਠਾਇਆ ਗਿਆ, ਉੱਥੇ ਕੈਮਰੇ ਲੱਗੇ ਆ। ਕਿਹੜਾ ਅਫਸਰ ਆ ਜਾਂ ਮੈਂ ਤੁਹਾਨੂੰ ਮੀਡੀਆ ਦੇ ਰਾਹੀਂ ਕਹਿੰਦਾ ਕਿ ਉਹ ਮੈਨੂੰ ਪ੍ਰੂਫ ਦੇਵੇ ਕਿ ਜਿਹਦੇ ਸਾਹਮਣੇ ਮੈਂ ਤੈਸ਼ ਦੇ ਵਿੱਚ ਆਣ ਕੇ ਆਪਣੀ ਮਾਂ ਦੇ ਜਾਂ ਭੈਣ ਦੇ ਗਲੇ ਪਿਆ। ਉਹਨੇ ਝੂਠਾ ਲਿਖ ਕੇ ਸਾਡੇ ਤੇ 57 ਕਰਤਾ, ਹਜੇ ਕਿ ਵਾਈਫ ਮੇਰੀ ਪ੍ਰੈਗਨੈਂਟ ਸੀ। ਅਸੀਂ ਧੱਕੇ ਖਾਂਦੇ ਆ ਕਿ ਕਦੀ ਕਿਤੇ ਜ਼ਮਾਨਤ 'ਤੇ ਉਹ ਆਪਣੀਆਂ ਜ਼ਮਾਨਤਾਂ ਕਰਾਈਆਂ ਅਸੀਂ ਦੋਨਾਂ ਜਣਿਆਂ ਨੇ। ਫਿਰ ਅਸੀਂ 31/7 ਨੂੰ ਘਰ ਗਏ, ਆਪਣਾ ਬਾਰਿਸ਼ ਪੈ ਰਹੀ ਸੀ, ਸਮਾਨ ਚੈੱਕ ਕਰਨ ਗਏ ਵੀ ਕਿ ਬਾਰਿਸ਼ ਦੇ ਵਿੱਚ ਕੋਈ ਸਮਾਨ ਨਾ ਸਾਡਾ ਕੋਈ ਖਰਾਬ ਹੋ ਜਾਵੇ। ਘਰ ਜਾਂਦੇ ਆ ਤੇ ਸਾਡੇ ਘਰ ਦੇ ਜਿਹੜੇ ਆ ਉਹ ਹੱਥੋਂ ਪਾਈ ਹੁੰਦੇ ਆ ਨਾ ਵਾਈਫ ਮੇਰੀ ਦੇ ਨਾਲ, ਹੱਥੋਂ ਪਾਈ ਦੇ ਵਿੱਚ ਇਹ ਡਿੱਗ ਜਾਂਦੇ ਆ। ਡਿੱਗਣ ਦੇ ਨਾਲ ਸਾਨੂੰ 4 ਕੁ ਦਿਨਾਂ ਬਾਅਦ ਸਾਨੂੰ ਪਤਾ ਲੱਗਦਾ ਕਿ ਬੱਚਾ ਜਿਹੜੀ ਉਹਦੀ ਡੈਥ ਹੋ ਗਈ ਆ। ਉਹਦੀ ਰਿਪੋਰਟ ਅਸੀਂ ਕਮਿਸ਼ਨਰ ਸਾਹਿਬ ਨੂੰ ਦਿੱਤੀ ਆ। ਕਮਿਸ਼ਨਰ ਸਾਹਿਬ ਨੇ 2 ਨੰਬਰ ਥਾਣੇ ਦੇ ਵਿੱਚ ਭੇਜੀ ਹੋਈ ਆ। 2 ਨੰਬਰ ਦੇ ਵਿੱਚ ਵੀ ਅਸੀਂ 31/7/8/5 ਨੂੰ ਦਿੱਤੀ ਹੋਈ ਕੰਪਲੇਂਟ, ਹਜੇ ਤੱਕ ਵੀ ਉੱਥੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਮਹਿਲਾ ਥਾਣੇ ਦੇ ਵਿੱਚ 5-6 ਮਹੀਨੇ ਤੋਂ ਚੱਲਣ ਡਈ ਆ ਕੰਪਲੇਂਟ, ਉੱਥੇ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਹਜੇ ਕਿ ਮਹਿਲਾ ਥਾਣੇ ਦੇ ਵਿੱਚ ਦਰਖਾਸਤ ਦੇਣ ਤੋਂ ਬਾਅਦ ਸਾਡੇ ਬੱਚੇ ਦੀ ਡੈਥ ਹੋ ਜਾਂਦੀ ਆ ਤਾਂ ਉਹਦੇ ਵਿੱਚ ਵੀ ਮਹਿਲਾ ਥਾਣਾ ਕੋਈ ਵੀ ਐਕਸ਼ਨ ਨਹੀਂ ਲੈਂਦਾ ਦੂਜੀ ਪਾਰਟੀ ਦੇ। ਇਹਦਾ ਸਾਫ਼ ਇਹ ਹੈ ਕਿ ਇੱਕ ਪੱਤਰਕਾਰ ਆ ਬੱਗਾ ਜਿਹੜਾ, ਉਹਦੇ ਕੁਛ ਪੁਲਿਸ ਦੇ ਨਾਲ ਬਹਿਣੀ ਉੱਠਣੀ ਕਰਕੇ ਉਹਨੇ ਸਾਨੂੰ ਘਰੋਂ ਕਢਵਾਇਆ। ਉਹੀ ਸਾਡੀ ਮਾਂ ਨੂੰ ਚੱਕੋਬਾਈ ਕਰਦਾ ਆ, ਕੁਛ ਪਿੰਡ ਦੇ ਬੰਦੇ ਆ ਤੇ ਥਾਂ ਗਲਤ ਰਿਪੋਰਟਾਂ। ਹੁਣ ਸਾਡੇ 8/11 ਨੂੰ ਇੱਕ ਮਾਂ ਸਾਡੀ ਨੇ SDM ਦੇ ਇੱਕ ਕੰਪਲੇਂਟ ਦਿੱਤੀ ਆ ਕਿ ਮੈਂ ਤਾਂ ਮੇਰੀ ਵਾਈਫ ਆਪਣੀ ਮਦਰ ਨੂੰ ਰੋਜ਼ ਕੁੱਟ ਮਾਰਦੇ ਆ, ਕਿ ਅਸੀਂ 6 ਮਹੀਨੇ ਤੋਂ ਬਾਹਰ ਰਹਿਣ ਦੇ ਆ। ਝੂਠੀ ਸਾਡੇ 'ਤੇ ਕੰਪਲੇਂਟ ਕੀਤੀ ਆ, ਪੁਲਿਸ ਕੋਈ ਇਨਕੁਆਇਰੀ ਨਹੀਂ ਕਰਦੀ ਵੀ ਇਹ ਮਾਦਰ ਜੋ ਵੀ ਹੈ ਸੱਚ ਕਹਿੰਦੀ ਆ ਜਾਂ ਝੂਠ ਕਹਿੰਦੀ ਆ। ਸਾਨੂੰ ਹਰਾਸਮੈਂਟ ਕੀਤਾ ਜਾਂਦਾ ਥਾਂ 'ਤੇ। ਅਸੀਂ 3-4 ਕੰਪਲੇਂਟਾਂ ਦਿੱਤੀਆਂ ਆ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਕੇ, ਸਾਡੀ ਹਜੇ ਤੱਕ ਵੀ ਕੋਈ ਸੁਣਵਾਈ ਨਹੀਂ ਹੋਈ ਕੰਪਲੇਂਟ ਦੇਣ ਤੋਂ ਬਾਅਦ ਵੀ। ਠੀਕ। ਹੁਣ ਤੁਸੀਂ ਇਹੀ ਮੰਗ ਕਰਦੇ ਕਿ ਉਹਨਾਂ ਤੁਹਾਡੇ ਨਾਲ ਇਨਸਾਫ ਹੋਇਆ ਜਾਵੇ। ਮੇਰੇ ਨਾਲ ਮੈਂ ਕਹਿੰਦਾ ਵੀ ਇਨਸਾਫ ਹੋਏ। ਮੈਂ ਹੋਰ ਇੱਥੇ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਮੇਰੇ NRI ਭਰਾ ਵੀਰ ਆ ਜੋ ਵੀ ਆ ਜਾਨ ਜੋ ਵੀ ਆਪਣੀ ਮਿਹਨਤ ਕਰਨ ਬਾਹਰ ਜਾਂਦੇ ਆ, ਪਿੱਛੇ ਆਪਣੀ ਫੈਮਿਲੀ ਨੂੰ ਪੈਸਾ ਧੇਲਾ ਪਾਉਂਦੇ ਆ, ਭੈਣ ਭਰਾਵਾਂ ਦਾ ਸੋਚਦੇ ਆ ਤੇ ਸਾਰਾ ਕੁਝ ਉਹਨਾਂ ਨੂੰ ਦੇ ਜਾਂਦੇ ਆ। ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਤੁਸੀਂ ਬੇਸ਼ੱਕ ਆਪਣੇ ਭੈਣ ਭਰਾਵਾਂ ਦਾ ਸੋਚੋ, ਲੇਕਿਨ ਥੋੜ੍ਹਾ ਜਿਹਾ ਸਮਝ ਕੇ ਵੀ ਇਹ ਮੇਰੇ ਵਾਂਗੂ ਨਾ ਹੱਥ ਆਪਣੇ ਵਧਾ ਕੇ ਤੇ ਬਾਅਦ 'ਚ ਇਸ ਤਰ੍ਹਾਂ ਪ੍ਰੈਸ ਕਰੋ ਕਰਾਦੇ ਫਿਰੋ ਵੀ ਪ੍ਰੈਸਾਂ ਦੇ ਕੋਲ ਜਾਂ ਥਾਣਿਆਂ ਦੇ ਵਿੱਚ ਆਪਣੇ ਧੱਕੇ ਖਾਂਦੇ ਰਹੋ। ਵੀ ਤੁਸੀਂ ਜੋ ਵੀ ਕਰਨਾ ਆਪਣੇ ਭੈਣ ਭਰਾਵਾਂ ਦਾ ਸੋਚਣਾ ਹੈ, ਲੇਕਿਨ ਸੋਚ ਕੇ ਕਿਸੇ ਤੇ ਵਿਸ਼ਵਾਸ ਨਾ ਕਰੋ। ਅੱਜ ਕੱਲ੍ਹ ਸਭ ਪੈਸੇ ਦੇ ਆ, ਕੋਈ ਭੈਣ ਭਰਾਵਾਂ ਦਾ ਕੋਈ ਰਿਸ਼ਤਾ ਨਹੀਂ ਰਿਹਾ। ਮੇਰੀ ਸਕੀ ਮਾਂ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਆ ਕਿਉਂਕਿ ਫਾਦਰ ਸਾਹਿਬ ਨੇ ਮੇਰੀ ਮਾਂ ਦੇ ਨਾਲ ਬਹੁਤ ਅਤਿਆਚਾਰ ਕੀਤਾ ਸੀ। ਮੈਂ ਉਸ ਨੂੰ ਸਮਝਦਿਆਂ ਹੋਇਆ ਆਪਣੀ ਮਾਂ ਦੇ ਨਾਲ ਤੋਲੇ ਦੇ ਸੋਨੇ ਦੇ ਕੰਗਣ ਵੀ ਲਿਆ ਕੇ ਦਿੱਤੇ ਆਪਣੀ ਮਾਂ ਨੂੰ, ਜ਼ਮੀਨ ਜਾਇਦਾਦ ਵੀ ਕਰਾਤੀ, ਪੈਸਾ ਧੇਲਾ ਵੀ ਕਰਾਤਾ। ਆਪਣੀ ਮਾਂ ਦੀ ਜ਼ਿੰਮੇਵਾਰੀ ਮੈਂ ਆਪਣੇ ਮੋਢਿਆਂ 'ਤੇ ਚੱਕੀ, ਆਪਣੀ ਭੈਣਾਂ ਦੇ ਨਾਂ 'ਤੇ ਪੈਸਾ ਧੇਲਾ ਵੀ ਕਰਾਤਾ, ਭਰਾ ਵੀ ਵਿਆਹ ਤੇ ਉਹਦਾ ਸਿਲਸਿਲਾ ਅੱਜ ਮੈਨੂੰ ਆਇਆ ਮਿਲਦਾ। 6 ਮਹੀਨਿਆਂ ਤੋਂ ਮੈਂ ਧੱਕੇ ਖਾਣ ਡਿਆ ਜੀ ਹੋਰ ਵਿਚਾਰਿਆਂ ਨੂੰ। ਠੀਕ।